सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। प्राइम टाइम च अज गल क्राइम दी, क्राइम वाले अंकड़ियां दी अते अंकड़ियां दे जरिए कानून व्यवस्था ते चुके जा रहे सवालों दी। कानून व्यवस्था नूं लैके विरोधियों दे वल्लों सरकार नूं तां घेरिया जा रहा है, लगातार बयानबाजी हो रही है। तां सरकार दे नुमाइंदे दावा कर रहे हैं कि कानून व्यवस्था पहलां नालों यानी साबका सरकारां दे समय नालों मौजूदा आम आदमी पार्टी की सरकार दे समय बेहतर है कानून व्यवस्था। कुछ अंकड़े भी पेश किए गए, वो भी तुहानूं दिखावांगे, उसका जिक्र भी होएगा। पर सवाल यह है कि कानून व्यवस्था की असल स्थिति का पता लगाया किवें जावे, कि अंकड़ियां दे जरिए ही पता लगता है या लगाया जा सकता है कि कानून व्यवस्था कितनी चंगी है या कितनी चंगी हुंदी सी, या कितनी खराब है या कितनी खराब हुंदी सी। सवाल तो यह भी उठता है कि सरकारां कोई भी रही होण समय समय ते वारदातां तां समय समय दे उत्ते हर सरकारां दे समय वापरियां ने। कानून व्यवस्था की गल दे विचाले इल्जाम तां पुष्टपनाही दे भी लग रहे ने। ताज चर्चा इन्हां मुद्दिआं ते कि गैंगस्टरां अपराधियां नूं पुष्टपनाही किसदी है जा रही है ते पंजाब नूं तबाही दे वल किसने धक्किया है। सवाल तो यह भी है कि जिम्मेवारी किसदी है ते मौजूदा समय दे विच जवाबदेही किसदी है। अज चर्चा अंकड़ियां दी भी इल्जामां दी भी। शुरुआत एक रिपोर्ट दे नाल। ਇਹ ਦੋਵੇਂ ਤਸਵੀਰਾਂ ਚੰਡੀਗੜ੍ਹ ਦੀਆਂ ਹੀ ਨੇ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੀ ਪੰਜਾਬ ਸਰਕਾਰ। ਮੁੱਦਾ ਸੀ ਕਾਨੂੰਨ ਵਿਵਸਥਾ ਦਾ। ਇੱਕ ਪਾਸੇ ਬੀਜੇਪੀ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ, ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਤੇ ਇਸੇ ਹੀ ਮੁੱਦੇ ਤੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਚੰਡੀਗੜ੍ਹ ਪੁਲਿਸ ਵੱਲੋਂ ਵਾਟਰ ਕੈਨਨ ਦਾ ਵੀ ਇਸਤੇਮਾਲ ਹੋਇਆ। ਤੇ ਦੂਜੇ ਪਾਸੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਹੀ ਕਾਂਗਰਸ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਮੂਸੇਵਾਲਾ ਕਤਲ ਕਾਂਡ ਸਣੇ ਹੋਰਨਾਂ ਅਪਰਾਧਿਕ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਸਵਾਲ ਸਰਕਾਰ ਤੇ ਖੜੇ ਕੀਤੇ। ਕੋਈ ਗੱਲ ਆਂਦੀ ਹੈ ਪੁਰਾਣੀਆਂ ਸਰਕਾਰਾਂ, ਇਹ ਗੈਂਗਸਟਰਾਂ ਦੀ ਗੱਲ ਹੈ ਪੁਰਾਣੀ ਸਰਕਾਰ, ਕੋਈ ਗੱਲ ਹੈ ਪੁਰਾਣੀ ਸਰਕਾਰ। ਉਹ ਭਾਈ ਹੁਣ ਤੂੰ ਸਰਕਾਰ ਚ ਨਾ, ਤੂੰ ਗਵਰਨਮੈਂਟ ਆ, ਤੂੰ ਬੋਲਣਾ ਨਹੀਂ, ਤੂੰ ਐਕਸ਼ਨ ਕਰਨਾ ਹੈ। ਜਦੋਂ ਤੇਰੀ ਪੁਲਿਸ ਦੀ ਪਟਾਈ, ਇਸ ਬਹਾਦਰ ਪੁਲਿਸ ਦੀ ਪਟਾਈ ਅਜਨਾਲੇ ਥਾਣੇ 'ਚ ਹੋ ਰਹੀ ਸੀ, ਤੇਰਾ ਉਹ ਖੂਨ ਕਿਉਂ ਨਹੀਂ ਖੋਲਿਆ? ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਤੇਰੀ ਪਹਿਲੀ ਜ਼ਿੰਮੇਵਾਰੀ ਸੀ। ਸਾਡੀ ਸਰਕਾਰ ਨਾਲ ਜਾਂ ਯੂਪੀ ਦੀ ਸਰਕਾਰ ਨਾਲ ਕੰਪੀਟੀਸ਼ਨ ਕਿਉਂ ਕਰ ਰਹੇ ਹੋ? ਵਾਈ ਯੂ ਆਰ ਨਾਟ ਸਟਾਪਿੰਗ ਦੈਟ? ਕਿਉਂ ਨਹੀਂ ਹੋ ਰਿਹਾ? ਆ ਤੁਸੀਂ ਕੱਲ ਵੇਖ ਲਓ ਜੇਲ੍ਹ ਦੇ ਵਿੱਚ ਕੀ ਹੋਇਆ, ਆ ਜੇਲ੍ਹਾਂ ਦੇ ਵਿੱਚ ਕੀ ਹੋ ਰਿਹਾ ਹੈ ਰੋਜ਼ਾਨਾ। ਸੋ ਮੇਰੇ ਕਹਿਣ ਦਾ ਮਤਲਬ ਹੈ ਭਾਈ ਸੰਜੀਦਗੀ ਦੇ ਨਾਲ ਆਪਦਾ ਸਰਕਾਰ ਕੰਮ ਕਰੇ, ਨਾ ਕਿ ਇੱਕ ਦੂਜੇ ਤੇ ਮਿਹਣੇ ਮਾਰਦੇ ਰਹੀਏ ਪੁਰਾਣੀਆਂ ਸਰਕਾਰਾਂ ਪੁਰਾਣੀਆਂ। ਵਿਰੋਧੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਅੱਗੋਂ ਸਰਕਾਰ ਨੇ ਵੀ ਅੰਕੜਿਆਂ ਦੇ ਨਾਲ ਜਵਾਬ ਦਿੱਤਾ ਤੇ ਵਿਰੋਧੀਆਂ ਨੂੰ ਆਪਣਾ ਸਮਾਂ ਵੀ ਯਾਦ ਕਰਵਾ ਦਿੱਤਾ। ਪਿਛਲੇ 12 ਸਾਲ ਦਾ ਮੇਰੇ ਕੋਲੇ ਰਿਕਾਰਡ ਹੈ ਪੰਜਾਬ ਦਾ, ਜਿਹੜਾ ਪੁਲਿਸ ਦਾ ਅਫੀਸ਼ੀਅਲ ਰਿਕਾਰਡ ਹੈ, ਕੋਈ ਸਾਡਾ ਨਹੀਂ। ਇਹਦੇ ਚ ਸਰ 2010 ਚ ਪੰਜਾਬ 'ਚ 907 ਕਤਲ ਹੁੰਦੇ ਆ, 11,442 ਹੁੰਦੇ ਆ, 12,455 ਹੁੰਦੇ ਆ, 13 'ਚ 711 ਹੁੰਦੇ ਆ, 15 'ਚ 701 ਹੁੰਦੇ ਆ, 16 'ਚ 771 ਹੁੰਦੇ ਆ, 17 'ਚ 659 ਹੁੰਦੇ ਆ, 18 'ਚ 684 ਹੁੰਦੇ ਆ, 19 'ਚ 679 ਹੁੰਦੇ ਆ, 20 'ਚ 757 ਹੁੰਦੇ ਆ, 21 723 ਹੁੰਦੇ ਆ ਤੇ ਸਰ ਐਤਕੀ 669। ਕਾਂਗਰਸ ਦੇ ਕਾਲੀਆਂ ਨੇ 80 ਤੋਂ ਬਾਅਦ ਹਜ਼ਾਰਾਂ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ। ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਲੋਕਾਂ ਦੀ ਸਿਆਸਤ ਕੀਤੀ ਉਹਨਾਂ ਨੇ। ਹਾਂਜੀ ਇਹ ਕਹਿਣਗੇ, ਮੇਰੀ ਗੱਲ ਦਾ ਜਵਾਬ ਦਿਓ। ਬਾਜਾ ਸੋ ਸਦਨ ਦੀ ਕਾਰਵਾਈ ਦੇ ਦੌਰਾਨ ਕਾਨੂੰਨ ਵਿਵਸਥਾ ਦਾ ਮੁੱਦਾ ਖੂਬ ਗੂੰਜ ਰਿਹਾ। ਵਿਰੋਧੀ ਵੱਖ-ਵੱਖ ਅਪਰਾਧਿਕ ਘਟਨਾਵਾਂ ਦਾ ਜ਼ਿਕਰ ਕਰ ਰਹੇ ਨੇ, ਜਦਕਿ ਸਰਕਾਰ ਅੰਕੜਿਆਂ ਦਾ ਹਵਾਲਾ ਦੇ ਰਹੀ ਹੈ। ਪੰਜਾਬ ਦੀ ਹਾਲਤ ਬਾਕੀ ਸੂਬਿਆਂ ਦੇ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਸਿੰਘ ਬਰਾੜ ਤੇ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਕਾਨੂੰਨ ਵਿਵਸਥਾ ਦਾ ਮੁੱਦਾ ਚਰਚਾ ਇਸ ਮੁੱਦੇ ਉੱਤੇ ਪਹਿਲਾਂ ਵੀ ਹੋਈ ਹੈ। ਅੱਜ ਚਰਚਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਕੁਝ ਅੰਕੜਿਆਂ ਨੂੰ ਵੀ ਪੇਸ਼ ਕਰ ਦਿੱਤਾ ਗਿਆ, ਅੱਗੇ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਸਵਾਲ ਇਸ ਕਰਕੇ ਵੀ ਉੱਠ ਰਹੇ ਨੇ ਕਿ ਜੇਕਰ ਵਾਕਈ ਹੀ ਸਾਬਕਾ ਸਰਕਾਰਾਂ ਦੇ ਸਮੇਂ ਵੀ ਘਟਨਾਵਾਂ ਹੋਈਆਂ, ਉਸ ਸਮੇਂ ਵੀ ਬਹੁਤ ਰੌਲਾ ਪੈਂਦਾ ਆਪਾਂ ਦੇਖਿਆ, ਤੇ ਮੌਜੂਦਾ ਸਮੇਂ ਦੇ ਵਿੱਚ ਵੀ ਵਿਰੋਧੀ ਸਵਾਲ ਚੁੱਕ ਰਹੇ ਨੇ, ਤਾਂ ਫਿਰ ਇਹ ਪੈਮਾਨਾ ਕੀ ਹੋ ਸਕਦਾ ਹੈ?
ਕਿ ਮੌਜੂਦਾ ਸਰਕਾਰਾਂ ਸਾਬਕਾ ਸਰਕਾਰਾਂ ਨੂੰ ਇਲਜ਼ਾਮ ਲਗਾ ਕੇ ਮੌਜੂਦਾ ਸਥਿਤੀ ਨੂੰ ਜਸਟੀਫਾਈ ਕਰ ਸਕਦੀਆਂ ਨੇ। ਪਰ ਦੂਜਾ ਸਵਾਲ ਇਹ ਵੀ ਹੈ ਕਿ ਜਿਹੜੇ ਇਲਜ਼ਾਮ ਲਗਾ ਰਹੇ ਨੇ, ਜਿਹੜੇ ਪਹਿਲਾਂ ਸਰਕਾਰਾਂ ਦੇ ਵਿੱਚ ਰਹੇ ਨੇ, ਕਿ ਉਹ ਆਪਣਾ ਸਮਾਂ ਬਿਲਕੁਲ ਪਿੱਛੇ ਛੱਡ ਸਕਦੇ ਨੇ ਜਾਂ ਉਹਨਾਂ ਨੂੰ ਵੀ ਉਹ ਯਾਦ ਰੱਖਣਾ ਹੋਏਗਾ। ਇਸ ਦੇ ਉੱਤੇ ਵੀ ਗੱਲਬਾਤ ਹੋਏਗੀ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਵਾਂਗਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸ਼ਾਮਲ ਹੋਣਗੇ। ਦੇਖੋ, ਪੰਜਾਬ ਦੇ ਵਿੱਚ ਪਿਛਲੇ 1 ਸਾਲ ਦਾ ਅਸੀਂ ਜ਼ਿਕਰ ਕਰੀਏ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦਾ ਮੈਂ ਜ਼ਿਕਰ ਕਰ ਰਿਹਾ, ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਕੁਝ ਘਟਨਾਵਾਂ ਵਾਪਰੀਆਂ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀ ਸਵਾਲ ਚੁੱਕ ਰਹੇ ਨੇ। ਉਹ ਚਾਹੇ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ, ਉਹ ਚਾਹੇ ਅਜਨਾਲਾ ਕਾਂਡ ਹੋਵੇ, ਉਹ ਚਾਹੇ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਵਾਲਾ ਘਟਨਾਕ੍ਰਮ ਹੋਵੇ, ਜਾਂ ਫਿਰ ਹਾਲ ਹੀ ਦੇ ਵਿੱਚ ਜਿਹੜੇ ਅਜਨਾਲਾ ਕਾਂਡ ਦੇ ਨਾਲ RPG ਅਟੈਕ ਦਾ। ਪਰ ਇਸ ਤੋਂ ਪਹਿਲਾਂ ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਉਸ ਸਮੇਂ ਵੀ ਘਟਨਾਵਾਂ ਵਾਪਰੀਆਂ ਨੇ। ਕੁਝ ਗ੍ਰਾਫਿਕਸ ਦੇ ਜ਼ਰੀਏ ਅੱਜ ਅਸੀਂ ਉਹ ਵੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਤੁਹਾਡਾ ਤਾਰੂਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਗਗਨਦੀਪ ਸਿੰਘ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਅਰਸ਼ਪ੍ਰੀਤ ਖਡਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਜੈਬੰਸ ਜੀ ਜੁੜ ਰਹੇ ਨੇ, BJP ਨੂੰ ਰਿਪਰੈਜ਼ੈਂਟ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਚਰਚਾ ਦੇ ਵਿੱਚ ਨਿਊਜ਼ 18 ਪੰਜਾਬ ਦੇ ਉੱਤੇ। ਮੈਂ ਸ਼ੁਰੂਆਤ ਕਰਦਾ, ਆਮ ਤੌਰ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਸਰਕਾਰ ਦਾ ਤਰਕ ਲੈ ਲਈਏ ਪਹਿਲਾਂ, ਪਰ ਅੱਜ ਸਰਕਾਰ ਦਾ ਤਰਕ ਲਵਾਂਗੇ। ਪਰ ਉਸ ਤੋਂ ਪਹਿਲਾਂ ਗੱਲ ਵਿਰੋਧੀਆਂ ਦੇ ਇਲਜ਼ਾਮਾਂ ਦੀ। ਮੈਂ ਸ਼ੁਰੂਆਤ ਕਰਾਂਗਾ ਅੱਜ ਕਾਂਗਰਸ ਤੋਂ। ਦੇਖੋ, ਸਦਨ ਦੇ ਅੰਦਰ ਜੋ ਕੁਝ ਅੰਕੜੇ ਰੱਖੇ ਗਏ ਨੇ, ਖਡਿਆਲ ਸਾਹਿਬ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦੇਖੋ, ਜਿਹੜੇ ਅੰਕੜੇ ਰੱਖੇ ਗਏ ਨੇ, ਇਹਨਾਂ ਅੰਕੜਿਆਂ ਦੇ ਵਿੱਚ ਮੈਂ ਉੱਥੇ ਹੀ ਸ਼ੁਰੂਆਤ ਕਰਦਾ, ਉਸ ਤੋਂ ਬਾਅਦ ਆਪਾਂ ਕਾਨੂੰਨ ਵਿਵਸਥਾ ਵਾਲੇ ਮੁੱਦੇ ਉੱਤੇ ਜਾਵਾਂਗੇ। ਮੀਤ ਹੇਰ ਬੋਲਦੇ ਨਜ਼ਰ ਆਏ ਨੇ 2010 ਤੋਂ ਲੈ ਕੇ 2022 ਤੱਕ ਦੇ ਅੰਕੜਿਆਂ ਦੇ ਵਿੱਚ। 2017 ਚ 659 ਕਤਲ ਹੁੰਦੇ ਨੇ ਪੰਜਾਬ ਦੇ ਵਿੱਚ। ਇਹ ਅੰਕੜੇ ਜੋ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ, ਤੇ ਉਹਨਾਂ ਨੇ ਕਿਹਾ 2022 ਦੇ ਵਿੱਚ 669। ਪੁਆਇੰਟ ਨੰਬਰ 1 ਤਾਂ ਅੰਕੜਿਆਂ ਦਾ ਜ਼ਿਕਰ ਹੈ। ਦੂਜੇ ਪਾਸੇ ਕਾਂਗਰਸ ਦੇ ਉੱਤੇ ਇਲਜ਼ਾਮ ਹੈ ਕਿ ਤੁਸੀਂ ਲਾਸ਼ਾਂ ਦੇ ਉੱਤੇ ਸਿਆਸਤ ਪਹਿਲਾਂ ਵੀ ਕਰਦੇ ਆਏ ਹੋ, ਹੁਣ ਵੀ ਕਰ ਰਹੇ ਹੋ। ਥੈਂਕ ਯੂ ਗੌਰਵ ਜੀ। ਪਹਿਲੀ ਗੱਲ ਤਾਂ ਇਹ ਜਿਹੜੀ ਰਿਪੋਰਟ ਤੁਸੀਂ ਕੋਟ ਕੀਤੀ, ਇਹ NCRB ਦੀ ਰਿਪੋਰਟ ਹੈ ਗੌਰਵ ਜੀ? ਅਕੋਰਡਿੰਗ ਟੂ ਮੀਤ ਹੇਰ, ਅਕੋਰਡਿੰਗ ਟੂ ਮੀਤ ਹੇਰ ਇਹ NCRB ਦੀ ਰਿਪੋਰਟ ਹੈ ਜਿਹਦੇ ਆંકੜੇ ਤੁਸੀਂ ਦੱਸੇ। ਬਿਲਕੁਲ ਜੀ। ਹੁਣ ਮੈਂ ਵੀ NCRB ਦੀ ਰਿਪੋਰਟ ਦੀ ਗੱਲ ਕਰੂੰਗਾ 2022 ਦੀ। ਅਕੋਰਡਿੰਗ ਟੂ NCRB ਦੀ ਰਿਪੋਰਟ NDPS ਰਿਲੇਟਡ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ ਪੂਰੇ ਦੇਸ਼ ਦੇ ਵਿੱਚ। ਜੇ ਮੈਨੂੰ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਮੈਂ ਇੱਥੇ ਦਿਖਾ ਵੀ ਦਊਂਗਾ ਸਕਰੀਨ ਤੇ। ਠੀਕ ਹੈ। ਦੂਜਾ, ਇੱਥੇ ਗੌਰਵ ਜੀ ਮੈਨੂੰ ਉਦਾਹਰਨ ਯਾਦ ਆ ਰਿਹਾ ਹੈ। ਇੱਕ ਸਕੂਲ ਨਾ ਬੱਚਾ ਪੇਪਰ ਦੇ ਕੇ ਆਇਆ ਤੇ ਰਿਜ਼ਲਟ ਵਾਲੇ ਦਿਨ ਜਦੋਂ ਵਾਪਸ ਘਰੇ ਮੁੜਿਆ ਤੇ ਉਹਨੂੰ ਮਾਂ-ਬਾਪ ਪੁੱਛਦੇ ਵੀ ਕੀ ਬਣਿਆ ਫਿਰ ਰਿਜ਼ਲਟ। ਉਹ ਕਹਿੰਦਾ ਜੀ ਸਾਹਮਣੇ ਗੁਆਂਢੀਆਂ ਦਾ ਮੁੰਡਾ ਫੇਲ ਹੋ ਗਿਆ। ਉਹ ਕਹਿੰਦੇ ਤੂੰ ਦੱਸ ਤੇਰਾ ਕੀ ਬਣਿਆ। ਉਹ ਜੀ ਖੱਬੇ ਆਪਣੇ ਗੁਆਂਢੀ ਰਹਿੰਦੇ ਉਹਨਾਂ ਦਾ ਮੁੰਡਾ ਫੇਲ ਹੋ ਗਿਆ। ਤੂੰ ਦੱਸ ਤੇਰਾ ਕੀ ਬਣਿਆ। ਕਹਿੰਦਾ ਜਦੋਂ ਗੁਆਂਢੀਆਂ ਦੇ ਮੁੰਡੇ ਫੇਲ ਹੋ ਗਏ ਤੇ ਮੈਂ ਤਾਂ ਆਪੇ ਫੇਲ ਹੋਣਾ ਸੀਗਾ। ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੋ ਅੱਜ ਦੀ ਮੌਜੂਦਾ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਕੀ ਹੋਇਆ ਕੀ ਨਹੀਂ ਹੋਇਆ ਇਰਰੈਲੇਵੈਂਟ ਹੈ, ਡਸ ਨਾਟ ਮੈਟਰ, ਹੈਜ਼ ਨੋ ਇੰਪੈਕਟ। ਸਾਨੂੰ ਬਦਵਾ ਦੇਤਾ, ਅਸੀਂ ਆਪੋਜੀਸ਼ਨ ਚ ਹੈ, ਅਕਾਲੀ ਦਲ ਵੀ ਆਪੋਜੀਸ਼ਨ ਹੈ, BJP ਵੀ ਆਪੋਜੀਸ਼ਨ ਹੈ। ਤੁਹਾਡੀ ਸਰਕਾਰ ਹੈ ਤੇ ਲਾਅ ਐਂਡ ਆਰਡਰ ਤੁਹਾਡੀ ਪ੍ਰਾਇਮਰੀ ਡਿਊਟੀ ਹੈ। ਜੋ ਤੁਹਾਡੇ ਤੋਂ ਨਹੀਂ ਸੰਭਾਲਿਆ ਗਿਆ ਚਰਮਰਾ ਗਿਆ। ਸਿਰਫ ਬਾਹਰ ਨਹੀਂ, ਜੇਲ੍ਹ ਦੇ ਅੰਦਰ ਵੀ ਚਰਮਰਾ ਗਿਆ। ਹਾਲ ਹੀ ਦੇ ਵਿੱਚ ਜੋ ਦੇਖਣ ਨੂੰ ਮਿਲਿਆ ਗੈਂਗ ਵਾਰ ਜਿਹੜੀ ਜੇਲ੍ਹ ਚ ਹੋਈ, ਉੱਥੋਂ ਇਹ ਪਤਾ ਲੱਗ ਗਿਆ ਕਿ ਲਾਅ ਐਂਡ ਆਰਡਰ ਬਾਹਰ ਤਾਂ ਚਰਮਰਾਇਆ ਹੀ ਹੋਇਆ ਹੈ, ਅੰਦਰ ਵੀ ਜੇਲ੍ਹ ਦੇ ਵਿੱਚ ਚਰਮਰਾਇਆ ਪਿਆ। ਹੁਣ ਰਿਪੋਰਟ ਕਾਰਡ ਦੇਖ ਲਿਓ ਵਰ ਜੀ। ਪਹਿਲਾ ਪਟਿਆਲਾ ਕ੍ਰੈਸ਼, ਅਜਨਾਲਾ ਇਸ਼ੂ, IED ਬੰਬ, ਇੰਟੈਲੀਜੈਂਸ ਹੈਡਕੁਆਰਟਰਸ ਤੇ RPG ਫਾਇਰ ਹੁੰਦਾ ਹੈ, ਸਿੱਧੂ ਮੂਸੇਵਾਲੇ ਦਾ ਕਤਲ, ਉਹਦੇ ਮੁਲਜ਼ਮ ਨਹੀਂ ਸਾਰੇ ਫੜੇ ਜਾਂਦੇ, ਐਕਸਟ੍ਰਾਡੀਸ਼ਨ ਨਹੀਂ ਹੁੰਦੀ। ਅੱਛਾ, ਸਿੱਧੂ ਮੂਸੇਵਾਲਾ ਸਾਹਿਬ ਦੇ ਮਾਂ-ਬਾਪ ਜਦੋਂ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਸੀ ਨਾ, ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜਿਹੜਾ ਮੇਨ ਮੁਲਜ਼ਮ ਹੈ ਸਾਡੇ ਹਿਸਾਬ ਨਾਲ ਬਲਤੇਜ ਪੰਨੂ, ਜੋ CM ਸਾਹਿਬ ਦਾ ਮੀਡੀਆ ਐਡਵਾਈਜ਼ਰ ਹੈ, ਕਹਿੰਦੇ ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈ ਰਹੇ ਤੁਸੀਂ? ਜਿਹਨੇ ਇਹ ਪੋਸਟ ਸ਼ੇਅਰ ਕੀਤੀ ਵੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ। ਮੈਨੂੰ ਗੌਰਵ ਜੀ ਥ੍ਰੈਟ ਹੋਵੇ ਕੋਈ ਮੇਰੇ ਬਾਰੇ ਸਿਕਿਉਰਿਟੀ ਪੋਸਟ ਪਾ ਦੇ ਵੀ ਅਰਸ਼ਪ੍ਰੀਤ ਦੀ ਤਾਂ ਸਿਕਿਉਰਿਟੀ ਘਟਾ ਦਿੱਤੀ ਗਈ, ਮੈਨੂੰ ਤਾਂ ਜਿੰਨਾ ਤੋਂ ਥ੍ਰੈਟ ਹੈ ਉਹਨਾਂ ਤੋਂ ਖਤਰਾ ਵਧੂਗਾ। ਉਹਨਾਂ ਨੂੰ ਪਤਾ ਲੱਗ ਜੂ ਵੀ ਸਿਕਿਉਰਿਟੀ ਘੱਟ ਹੈ, ਚਾਂਸ ਮਿਲ ਜੂ, ਅਪੋਰਚੁਨਿਟੀ ਮਿਲ ਜੂ। ਸੋ ਕਹਿੰਦੇ 120B ਦੇ ਤਹਿਤ ਉਹਨਾਂ ਨੂੰ ਪਰਚੇ 'ਚ ਨਾਮਜ਼ਦ ਕਰਨਾ ਚਾਹੀਦਾ ਹੈ। ਹੁਣ ਪਹਿਲਾ ਸਵਾਲ ਆਮ ਆਦਮੀ ਪਾਰਟੀ ਨੂੰ, ਗਗਨ ਜੀ ਜਦੋਂ ਬੋਲਣਗੇ ਮੈਂ ਰਿਕੁਐਸਟ ਕਰਦਾ ਸਵਾਲ ਦਾ ਜਵਾਬ ਦੇਣ ਵੀ ਉਹਦੇ ਇੱਕ ਐਕਸ਼ਨ ਲੈਣਾ ਹੈ ਜਾਂ ਐਕਸ਼ਨ ਤੁਸੀਂ ਨਹੀਂ ਲੈਣਾ। ਉਹ ਚੀਜ਼ ਗਲਤ ਸੀ ਹਾਂ ਜਾਂ ਨਾ, ਤੇ ਐਕਸ਼ਨ ਲਓਗੇ ਨਹੀਂ ਲਓਗੇ, ਤੇ ਜੇ ਲਓਗੇ ਤਾਂ ਹੁਣ ਤੱਕ ਕਿਉਂ ਨਹੀਂ ਲਿਆ। ਦੂਜਾ ਪੁਆਇੰਟ ਗੌਰਵ ਜੀ, ਉਹ ਤੋਂ ਬਾਅਦ ਜਿਹੜੇ ਤੁਸੀਂ ਦੇਖੋ ਸ਼ਿਵ ਸੈਨਾ ਲੀਡਰ ਦਾ ਕਤਲ ਹੋ ਗਿਆ। ਮੈਂ ਖਿਆਲ ਸਾਹਿਬ ਰਿਕੁਐਸਟ ਜ਼ਰੂਰ ਕਰੂੰਗਾ ਕਿ ਥੋੜਾ ਜਿਹਾ ਆਪਾਂ ਆਪਣੇ ਪੁਆਇੰਟਸ ਨੂੰ ਸਪਲਿਟ ਜ਼ਰੂਰ ਕਰ ਲਈਏ, ਨਹੀਂ ਤਾਂ ਸਾਰੇ ਇਕੱਠੇ ਮੈਂ ਜਵਾਬ ਨਹੀਂ ਲੈ ਪਾਉਂਗਾ। ਤੁਸੀਂ ਕੰਪਲੀਟ ਕਰ ਲਓ।
ਜੀ ਬਹੁਤ ਸਾਰੇ ਪੁਆਇੰਟ ਇਕੱਠੇ ਹੋ ਜਾਣਗੇ, ਹੋਪਫੁਲੀ ਤੁਸੀਂ ਸਮਝ ਰਹੇ ਹੋ ਗੱਲ ਮੈਂ ਕੀ ਕਹਿਣੀ ਚਾਹ ਰਿਹਾ, ਫਿਰ ਉਹ ਜਵਾਬ ਮੈਂ ਜਲਦੀ ਬਰੀਫ ਰੱਖਦਾ। ਉਹ ਤੋਂ ਬਾਅਦ ਸ਼ਿਵ ਸੈਨਾ ਲੀਡਰ ਦਾ ਕਤਲ ਹੋ ਗਿਆ, ਜਿਹੜੇ ਲੋਕਾਂ ਕੋਲੇ ਸਿਕਿਉਰਿਟੀ ਹੈ ਗੌਰਵ ਜੀ ਉਹਨਾਂ ਦੇ ਕਤਲ ਹੋ ਰਿਹਾ ਦਿਨ ਦਿਹਾੜੇ, ਫਿਰ ਕਬੱਡੀ ਪਲੇਅਰਸ ਦਾ ਕਤਲ ਹੋ ਗਿਆ, ਫਿਰ ਤੁਸੀਂ ਦੇਖੋ ਫਿਰੌਤੀ ਰੇਟ ਕਿੰਨਾ ਵੱਧ ਗਿਆ, ਇੰਟੀਮੀਡੇਸ਼ਨ, ਕਲਪੇਬਲ ਹੋਮਿਸਾਈਡ, ਤੁਸੀਂ ਮੈਂ ਕਹਿੰਦਾ ਐਨਡੀਪੀਐਸ ਰਿਲੇਟਡ ਕ੍ਰਾਈਮ ਚੱਕ ਲਓ, ਸਾਰੇ ਜਿਹੜੇ ਡਾਟੇ ਆ ਉਹ ਵਧੇ ਹੋਏ ਆ। ਤੇ ਅਸੀਂ ਕਹਿੰਦੇ ਜੇ 120 ਦੇ ਤਹਿਤ ਜੇ ਨਹੀਂ ਇਹਨਾਂ ਨੇ ਬਲਤੇਜ ਪੰਨੂ ਜੀ ਨੂੰ ਇੰਪਲੀਕੇਟ ਕਰਨਾ ਐਫਆਈਆਰ ਦੇ ਵਿੱਚ, ਤਾਂ 304 ਦੇ ਵਿੱਚ ਜਾਂ 304 ਏ ਦੇ ਵਿੱਚ ਕਰ ਲੈਣ ਇੰਪਲੀਕੇਟ। 304 ਹੈ ਕਲਪੇਬਲ ਹੋਮਿਸਾਈਡ ਨਾਟ ਅਮਾਉਂਟਿੰਗ ਟੂ ਮਰਡਰ, 304 ਏ ਹੈ ਕਾਜ਼ਿੰਗ ਡੈਥ ਬਾਈ ਨੈਗਲੀਜੈਂਸ। ਸੋ ਸਾਡੀ ਇਹ ਰਿਕੁਐਸਟ ਹੈ, ਜਦੋਂ ਮਾਂ-ਬਾਪ ਕਹਿ ਰਹੇ ਆ ਵੀ ਸਾਡੇ ਬੇਟੇ ਨਾਲ ਇਨਸਾਫ ਨਹੀਂ ਹੋਇਆ, ਸਾਲ ਹੋ ਚੱਲਿਆ ਹੈ, ਤੇ ਤੁਸੀਂ ਕਿਉਂ ਨਹੀਂ ਇਨਸਾਫ ਕਰ ਰਹੇ? ਸੋ ਇਹ ਗੱਲ ਦਾ ਜਵਾਬ ਲਓ ਇਹਨਾਂ ਤੋਂ। ਠੀਕ ਹੈ, ਚਲੋ ਮੈਂ ਉਹਨਾਂ ਦੇ ਕੋਲ ਜਾਵਾਂਗਾ, ਪਰ ਮੈਂ ਇੱਕ ਛੋਟਾ ਰਿਐਕਸ਼ਨ ਸਾਰਿਆਂ ਤੋਂ ਲਵਾਂ। ਗਗਨ ਜੀ ਥੋੜਾ ਇੰਤਜ਼ਾਰ ਅੱਜ ਜ਼ਰੂਰ ਕਰਿਓ, ਮੈਂ ਕਲੇਰ ਸਾਹਿਬ ਦਾ ਰੁਕ ਕਰਦਾ। ਇਨਫੈਕਟ ਸਟੂਡੀਓ 'ਚ ਸਾਡੇ ਨਾਲ ਅੱਜ ਮੌਜੂਦ ਨੇ ਕਲੇਰ ਸਾਹਿਬ। ਜਿਹੜੀ ਲਿਸਟ ਦਾ ਮੈਂ ਜ਼ਿਕਰ ਕਰ ਰਿਹਾ ਨਾ, ਜਿਹੜੀ ਮੀਥੇਰ ਵਿਧਾਨ ਸਭਾ ਦੇ ਅੰਦਰ ਦੱਸ ਰਹੇ ਸਨ, ਉਹਨਾਂ ਦੇ ਵੱਲੋਂ ਪੜ੍ਹ ਕੇ ਅੰਕੜੇ ਦੱਸੇ ਗਏ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਤਲ ਕਿਸ ਸਮੇਂ ਹੋਏ ਨੇ? ਪਿਛਲੇ 13 ਸਾਲ ਦੇ 12 ਸਾਲ ਦੇ ਅੰਕੜੇ ਉਹਨਾਂ ਨੇ ਦੱਸੇ ਆ। ਸਭ ਤੋਂ ਵੱਧ ਕਤਲ ਹੋਏ 2010 ਦੇ ਵਿੱਚ 907 ਕਤਲ, ਅਕਾਲੀ ਦਲ ਦਾ ਸਮਾਂ ਸੀ ਉਸ ਸਮੇਂ। ਮੀਥੇਰੇ ਵਾਰ-ਵਾਰ ਕਹਿੰਦੇ ਨਜ਼ਰ ਆਏ, ਕਹਿੰਦੇ ਪਹਿਲਾਂ ਵੀ ਹੁੰਦੀਆਂ ਸੀ ਘਟਨਾਵਾਂ, ਉਸ ਸਮੇਂ ਜ਼ਿਆਦਾ ਹੋ ਰਹੀਆਂ ਸੀ, ਉਸ ਸਮੇਂ ਹਾਲਾਤ ਕਾਨੂੰਨ ਵਿਵਸਥਾ ਦੇ ਜ਼ਿਆਦਾ ਖਰਾਬ ਸੀ, ਮੌਜੂਦਾ ਸਮੇਂ 'ਚ ਬਿਹਤਰ ਨੇ। ਦੇਖੋ, ਮੈਂ ਪਹਿਲਾਂ ਗੌਰਵ ਜੀ ਮੀਤ ਹੇਰ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਲਾਅ ਐਂਡ ਆਰਡਰ ਦਾ ਵਿਸ਼ਾ ਹੈ, ਇਹ ਡੇ ਟੂ ਡੇ ਦਾ ਵਿਸ਼ਾ ਹੈ, ਇਹਨੂੰ ਤੁਸੀਂ ਪਿੱਛੇ ਨਹੀਂ ਲੈ ਕੇ ਜਾ ਸਕਦੇ, ਰਿਵਾਈਂਡ ਨਹੀਂ ਹੁੰਦਾ ਲਾਅ ਐਂਡ ਆਰਡਰ। ਲਾਅ ਐਂਡ ਆਰਡਰ ਅੱਜ ਕਿਸ ਤਰ੍ਹਾਂ ਦਾ ਹੈ ਇਹ ਮਾਇਨੇ ਰੱਖਦਾ, ਪਹਿਲਾਂ ਤਾਂ ਸਰਕਾਰ ਨੂੰ ਇਹੀ ਸਮਝਣਾ ਚਾਹੀਦਾ। ਔਰ ਜੇ ਮੈਂ ਇਹਨਾਂ ਦੇ ਆંકੜੇ ਹੀ ਬਿਲੀਵ ਕਰ ਲਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ ਉਹਦੇ 'ਚ ਸਿਚੁਏਸ਼ਨ ਇੰਪਰੂਵ ਹੀ ਹੁੰਦੀ ਗਈ ਹੈ। 2017 ਤੱਕ ਡਿਟੋਰਾਈਟ ਨਹੀਂ ਹੋਈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ। ਨੰਬਰ 2 ਦੇ ਉੱਤੇ ਆ ਜਾਓ ਤੁਸੀਂ, ਦੇਖੋ ਅੱਜ ਆਮ ਆਦਮੀ ਪਾਰਟੀ ਦੇ ਉੱਤੇ ਗੌਰਵ ਜੀ ਸਵਾਲ ਕੀ ਹੈ? ਸਵਾਲ ਤਾਂ ਇਹ ਹੈ ਕਿ ਜੋ ਅੱਜ ਸੂਬੇ ਦੇ ਵਿੱਚ ਹੋ ਰਿਹਾ ਹੈ, ਕੀ ਇਹ 70 ਸਾਲ ਦੇ ਵਿੱਚ ਐਸਾ ਵਹਿਸ਼ੀਪਨ ਕਦੇ ਸੂਬੇ ਦੇ ਵਿੱਚ ਹੋਇਆ? ਅਗਰ ਤੁਹਾਡੇ ਪੁਲਿਸ ਦੇ ਹੈੱਡਕੁਆਟਰ ਤੇ ਰਾਕਟ ਲਾਂਚਰ ਵੱਜਿਆ ਤਾਂ ਅੱਜ ਕਿਹਦੀ ਸਰਕਾਰ 'ਚ ਵੱਜਿਆ? ਜਵਾਬਦੇਹੀ ਤਾਂ ਆਮ ਆਦਮੀ ਪਾਰਟੀ ਦੀ ਹੈ। ਹੁਣ ਤੁਸੀਂ ਇਹਨੂੰ ਪੁਰਾਣੇ ਤੇ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਪਹਿਲਾਂ ਔਰ ਇਹ ਵੀ ਗੱਲ ਲੈ ਕੇ ਜਾਓਗੇ ਤਾਂ ਕਦੇ ਰਾਕਟ ਲਾਂਚਰ ਵੱਜਿਆ। ਤੁਸੀਂ ਵਾਰ-ਵਾਰ ਇਹੀ ਕਹਿੰਦੇ ਨਾ ਕਲੇਰ ਸਾਹਿਬ ਕਿ ਕਾਨੂੰਨ ਵਿਵਸਥਾ ਖਰਾਬ ਹੋਗੀ, ਤਾਂ ਫਿਰ ਕਿਸੇ ਚੀਜ਼ ਨਾਲ ਕੰਪੇਅਰ ਕਰਾਂਗੇ ਨਾ। ਉਹ ਕਹਿੰਦੇ ਕਿ ਕਰੋ ਕੰਪੇਅਰ ਤੁਸੀਂ ਆਪਣੇ ਸਮੇਂ ਦੇ ਨਾਲ ਤੇ ਮੌਜੂਦਾ ਸਮੇਂ ਦੇ ਨਾਲ। ਗੌਰਵ ਜੀ ਦੇਖੋ, ਮੈਂ ਉਸੇ ਤੇ ਆ ਰਿਹਾ। ਅਗਰ ਇਹਨਾਂ ਦੀ ਸਰਕਾਰ ਦੇ ਵਿੱਚ ਇੱਕ ਨਾਮਵਰ ਗਾਇਕ ਦਾ ਕਤਲ ਹੁੰਦਾ ਹੈ, ਉਹਦੇ ਕਤਲ ਦੀ ਕੀ ਵਜ੍ਹਾ ਹੈ? ਕਿ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਇੱਕ ਐਡਵਾਈਜ਼ਰ ਹੈ, ਉਹਨੇ ਚੱਕਿਆ, ਉਹਨੇ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤਾ ਕਿ ਜੀ ਅਸੀਂ ਸਿਕਿਉਰਿਟੀ ਘਟਾ ਲਈ, ਫਿਰ ਮੁੱਖ ਮੰਤਰੀ ਨੇ ਵੀ ਸ਼ੇਅਰ ਕੀਤਾ। ਖੜਿਆਲ ਸਾਹਿਬ ਤਾਂ ਕੱਲਾ ਉਹਦਾ ਜ਼ਿਕਰ ਕਰਕੇ ਹਟ ਗਏ, ਮੈਂ ਤਾਂ ਕਹਿੰਦਾ ਮੁੱਖ ਮੰਤਰੀ ਵੀ ਬਰਾਬਰ ਦਾ ਜ਼ਿੰਮੇਵਾਰ ਹੈ, ਕਿਉਂਕਿ ਨਾਲ ਮੁੱਖ ਮੰਤਰੀ ਨੇ ਵੀ ਸ਼ੇਅਰ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋਇਆ, ਔਰ ਕਤਲ ਹੋਣ ਤੋਂ ਬਾਅਦ ਮੈਨੂੰ ਤਾਂ ਇੱਕ ਗੱਲ ਦਾ ਸਮਝ ਨਹੀਂ ਆਉਂਦੀ ਕਿ ਜਿਹੜੀ ਸਾਡੀ ਸਰਕਾਰ ਹੈ, ਇਹਨੇ ਉਸ ਦਿਨ ਬਹੁਤ ਪ੍ਰਚਾਰਿਆ ਸੀ ਸਿਕਿਉਰਿਟੀ, ਔਰ ਤੁਹਾਡੇ ਚੈਨਲ ਨੇ ਵੀ ਦਿਖਾਇਆ, ਤੁਸੀਂ ਵੀ ਇਹ ਬਲੀਵ ਕਰਕੇ ਖਬਰ ਚਲਾਈ ਹੋਣੀ ਕਿ ਸਰਕਾਰ ਜੋ ਕਹਿ ਰਹੀ ਹੈ ਸੱਚ ਹੀ ਕਹਿ ਰਹੀ ਹੋਣੀ, ਸਿਕਿਉਰਿਟੀ ਸਾਰਿਆਂ ਦੀ ਘਟਾਈ ਹੈ। ਪਰ ਜਦੋਂ ਹਾਈ ਕੋਰਟ ਦੇ ਵਿੱਚ ਗਈ ਸਾਡੀ ਸਰਕਾਰ, ਉੱਥੇ ਜਾ ਕੇ ਐਫੀਡੇਵਿਟ ਦਾਖਲ ਕੀਤਾ ਕਿ ਜੀ ਇਹ ਸਿਕਿਉਰਿਟੀ ਤਾਂ 2 ਦਿਨ ਲਈ ਘਟਾਈ ਸੀ ਕਿਉਂਕਿ ਉਹ ਘੱਲੂ ਘਰਾ ਦਿਵਸ ਸੀਗਾ, ਤੇ ਕਰੋੜਾਂ ਰੁਪਈਆ ਕਿਉਂ ਬਰਬਾਦ ਕੀਤਾ, ਔਰ ਇੱਕ ਮਾਂ ਦਾ ਪੁੱਤ ਮਰਵਾਇਆ, ਇੱਕ ਨਾਮਵਰ ਗਾਇਕ ਮਰਵਾਇਆ। ਉਸ ਤੋਂ ਤੁਸੀਂ ਅੱਗੇ ਆ ਜਾਓ ਜੋ ਅਨੰਦਪੁਰ ਦੇ ਵਿੱਚ ਹੋਇਆ। ਠੀਕ ਹੈ, ਹੁਣ ਐਸਾ ਵੈਸ਼ੀਪਨ ਕਿਸੇ ਨੇ ਦੇਖਿਆ ਕਿ ਇੱਕ ਭੀੜ ਭਾੜੀ ਥਾਂ ਦੇ ਵਿੱਚ 200 ਬੰਦੇ ਨੇ ਘੇਰ ਕੇ ਇੱਕ ਸਿੱਖ ਨੌਜਵਾਨ ਪ੍ਰਦੀਪ ਨੂੰ ਸ਼ਰੇਆਮ ਵੱਢਤਾ। ਇਹ ਸਰਕਾਰ ਦੀ ਫੇਲੀਅਰ ਨਹੀਂ ਤਾਂ ਹੋਰ ਕੀ ਹੈ? ਸਰਕਾਰ ਆਪਣਾ ਵਿਸ਼ਵਾਸ, ਸਰਕਾਰ ਇਸ ਨੂੰ ਝਗੜਾ ਵੀ ਦੱਸ ਰਹੀ ਹੈ ਕਿ ਝਗੜੇ ਤੁਹਾਡੇ ਸਮੇਂ ਵੀ ਹੁੰਦੇ ਸੀ, ਝਗੜਾ ਹੋਇਆ ਉੱਥੇ ਕਤਲ ਹੋ ਗਿਆ। ਇਹ ਮੈਂ ਗੌਰਵ ਜੀ ਦੇਖੋ, ਸਰਕਾਰ ਤਾਂ ਝੂਠ ਬੋਲਣ ਦੀ ਆਦੀ ਹੈ। ਸਰਕਾਰ ਤਾਂ ਸਾਡੇ ਮੁੱਖ ਮੰਤਰੀ ਨੇ ਕਿਹਾ ਸੀ ਅਸੀਂ ਗੋਲਡੀ ਬਰਾੜ ਫੜ ਲਿਆ, ਜਦੋਂ ਕੱਲ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉੱਥੇ ਬੈਠੇ, ਉੱਥੇ ਕੁਲਦੀਪ ਧਾਲੀਵਾਲ ਕਹਿੰਦੇ ਜਲਦੀ ਫੜ ਲਾਂਗੇ। ਪਹਿਲਾਂ ਤਾਂ ਇਹੀ ਦੱਸਦੇ ਸਰਕਾਰ ਕਿ ਉਦੋਂ ਮੁੱਖ ਮੰਤਰੀ ਨੇ ਗੁਜਰਾਤ ਕਿਉਂ ਝੂਠ ਬੋਲਿਆ, ਜਾਂ ਹੁਣ ਜਿਹੜਾ ਧਾਲੀਵਾਲ ਹੈ ਇਹ ਕਵਰ ਅਪ ਕਰ ਰਿਹਾ ਗੋਲਡੀ ਬਰਾੜ ਨੂੰ ਪੈਸੇ ਦਾ ਲੈਣ ਦੇਣ ਕਰਕੇ ਸਰਕਾਰ ਨੇ ਛੱਡਤਾ। ਹੁਣ ਤੁਸੀਂ ਆ ਜਾਓ ਉਸ ਘਟਨਾ ਤੇ ਅਨੰਦਪੁਰ ਵਾਲੀ ਤੇ 200 ਬੰਦਾ ਇੱਕ ਬੰਦੇ ਨੂੰ ਘੇਰ ਕੇ ਖੜਾ, ਔਰ ਉਹ ਤਾਂ ਠੀਕ ਹੈ, ਉਹਨੇ ਕੀ ਉਹਨੇ ਰੋਕਿਆ ਸੀ ਹੁੱਲੜਬਾਜੀ ਨਾ ਕਰੋ, ਉਹਦੇ ਕਰਕੇ ਇੱਕ ਬੰਦੇ ਨੂੰ 200 ਬੰਦੇ ਨੇ ਵੱਢਤਾ ਤੇ ਸਰਕਾਰ ਸੁੱਤੀ ਪਈ ਹੈ। ਔਰ ਕੁਲਤਾਰ ਸੰਧਵਾ ਸਾਹਿਬ ਉਹ ਤਾਂ ਦੇਖੋ ਬਹੁਤ ਜ਼ਿਆਦਾ ਗਿਆਨ ਵੰਡਦੇ ਨੇ ਵਿਧਾਨ ਸਭਾ ਦੇ ਵਿੱਚ, ਉਹ ਕਹਿੰਦੇ ਜੀ ਮੈਂ ਰਿਪੋਰਟ ਲੈ ਰਿਹਾ। ਕੀ ਰਿਪੋਰਟ ਲਓਗੇ? ਰੋਜ਼ ਉਰੇ ਮਾਵਾਂ ਦੇ ਪੁੱਤ ਮਰ ਰਹੇ ਨੇ, ਰੋਜ਼ ਵੇਸ਼ੀਪਨ ਹੋ ਰਿਹਾ। ਜੋ ਗੜਸ਼ੰਕਰ ਹੋਇਆ, ਜੋ ਗੜਸ਼ੰਕਰ ਹੋਇਆ, ਜਿੱਥੇ ਉਹੀ ਮੰਡੀਰ ਨੇ ਜਾ ਕੇ ਦੁਕਾਨਾਂ ਤੇ ਹੁੱਲੜਬਾਜ਼ੀ ਕੀਤੀ, ਦੁਕਾਨਦਾਰਾਂ ਨੇ ਉਹਨਾਂ ਨੂੰ ਕੁੱਟਿਆ। ਕੀ ਇਹ ਸਾਡੇ ਪੰਜਾਬ ਦਾ ਮਾਹੌਲ ਹੈ? ਇਹ ਸਰਕਾਰ ਯੂਥ ਨੂੰ ਲੈ ਕਿਹੜੇ ਪਾਸੇ ਨੂੰ ਜਾ ਰਹੀ ਹੈ? ਉਰੇ ਲਾਅ ਐਂਡ ਆਰਡਰ ਵੀਕ ਹੁੰਦਾ ਜਾ ਰਿਹਾ। ਤੁਹਾਨੂੰ ਲੱਗ ਰਿਹਾ ਹੈ ਕਿ ਜੇ ਹੁੱਲੜਬਾਜ਼ੀ ਹੋਈ ਹੈ ਤਾਂ ਜੇ ਕਾਨੂੰਨ ਵਿਵਸਥਾ ਜ਼ਬਰਦਸਤ ਹੁੰਦੀ, ਬਿਹਤਰ ਹੁੰਦੀ, ਤਾਂ ਇਹ ਹੁੱਲੜਬਾਜ਼ੀ ਦਾ
ਕੋਈ ਜ਼ਰੂਰਤ ਨਾ ਕਰ। ਗੌਰਵ ਜੀ ਇੱਕ ਮਿੰਟ, ਮੈਂ ਸਭ ਨੂੰ ਐਡ ਕਰਨਾ, ਮੈਂ ਇਸ ਕਰਕੇ ਲਾਸਟ ਪੁਆਇੰਟ, ਅੱਜ ਤੁਹਾਡਾ ਨਿਊਜ਼ 18 ਮੈਨੂੰ ਲੱਗਦਾ ਲੱਖਾਂ ਕਰੋੜਾਂ ਲੋਕ ਦੇਖਦੇ ਨੇ, ਆਪਣੇ ਦਿਲ ਤੇ ਹੱਥ ਰੱਖ ਕੇ ਉਹ ਗੱਲ ਪੁੱਛਣ ਕਿ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰ ਰਹੇ ਨੇ, ਬਾਜ਼ਾਰਾਂ 'ਚ ਉਰੇ ਕਤਲ ਹੋ ਰਹੇ ਨੇ, ਲੋਕਾਂ ਨੂੰ ਵੱਢਿਆ ਜਾ ਰਿਹਾ ਹੈ, ਅਸੀਂ ਮੈਸੇਜ ਕੀ ਦੇ ਰਹੇ ਹਾਂ? ਅਸੀਂ ਬਾਹਰਲੇ ਮੁਲਕਾਂ ਨੂੰ ਕੀ ਮੈਸੇਜ ਦੇ ਰਹੇ ਹਾਂ ਕਿ ਆਹ ਪੰਜਾਬ ਦੇ ਵਿੱਚ ਜੰਗਲ ਰਾਜ ਹੈ? ਅਸੀਂ ਉਰੇ ਵਸਦੀ ਦੂਜੀਆਂ ਕਮਿਊਨਿਟੀਜ਼ ਨੂੰ ਕੀ ਮੈਸੇਜ ਦੇ ਰਹੇ ਹਾਂ? ਤੁਹਾਨੂੰ ਡਰ ਮਹਿਸੂਸ ਹੋ ਰਿਹਾ? ਤੁਹਾਨੂੰ ਪੰਜਾਬ ਦੀ ਅਮਨ ਤੇ ਭਾਈਚਾਰਕ ਖਤਮ ਹੋ ਰਹੀ ਹੈ। ਮੈਂ ਕਨਫਿਊਜ਼ ਨਹੀਂ ਕਰੂੰਗਾ। ਅਰਸ਼ਦੀਪ ਕਲੇਰ ਨੂੰ ਡਰ ਲੱਗ ਰਿਹਾ ਪੰਜਾਬ 'ਚ ਰਹਿੰਦੇ ਹੋਏ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਚਿੰਤਾ ਵਾਲਾ ਮਾਹੌਲ ਤੁਹਾਨੂੰ ਲੱਗ ਰਿਹਾ ਹੈ? ਅਰਸ਼ਦੀਪ ਕਲੇਰ ਹੋਣ ਜਾਂ ਉਰੇ ਬੈਠੇ ਜਿੰਨੇ ਵੀ ਮੇਰੇ ਗੈਸਟ ਹੋਣ ਜਾਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਹੋਣ, ਅੱਜ ਸੂਬੇ ਦੇ ਕੱਲੇ ਇਨਸਾਨ ਨੂੰ ਡਰ ਲੱਗਦਾ ਹੈ, ਅੱਜ ਉਰੇ ਵਪਾਰੀ ਨੂੰ ਡਰ ਲੱਗ ਰਿਹਾ ਹੈ, ਅੱਜ ਮਾਵਾਂ ਆਪਣੇ ਪੁੱਤਾਂ ਨੂੰ ਘਰੇ ਲੁਕੋ ਕੇ ਰੱਖਣਾ ਚਾਹੁੰਦੀਆਂ ਨੇ ਕਿ ਇਹ ਬਾਹਰ ਨਾ ਨਿਕਲਣ। ਰਹੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸਾਡੇ ਵਰਗੇ, ਅਸੀਂ ਤਾਂ ਘਰੋਂ ਬਾਹਰ ਨਿਕਲੇ ਆ, ਅਸੀਂ ਤਾਂ ਸਰਕਾਰ ਦੇ ਵਿਰੁੱਧ ਬੋਲਾਂਗੇ, ਉਹਦੀ ਨਾਕਾਮੀਆਂ ਦੇ ਵਿਰੁੱਧ ਬੋਲਾਂਗੇ, ਫਿਰ ਚਾਹੇ ਸਰਕਾਰ ਝੂਠੇ ਪਰਚੇ ਕਰ ਲੇ, ਚਾਹੇ ਗੋਲੀ ਚਲਾ ਦੇ, ਅਸੀਂ ਨਹੀਂ ਡਰਦੇ ਸਰਕਾਰ ਤੋਂ। ਠੀਕ ਹੈ, ਜੈਬੰਸ ਜੀ ਦਾ ਰੁਖ ਕਰਦਾ। ਜੈਬੰਸ ਜੀ ਦੇਖੋ, ਤੁਸੀਂ ਵੀ ਸਰਕਾਰ ਦੇ ਵਿੱਚ ਬੀਜੇਪੀ ਸਰਕਾਰ 'ਚ ਰਹੀ ਹੈ ਅਕਾਲੀ ਦਲ ਦੇ ਨਾਲ 10 ਸਾਲ। ਹੁਣ ਗੱਲ ਇਹ ਹੈ ਕਿ ਜਦੋਂ ਕਾਨੂੰਨ ਵਿਵਸਥਾ ਦਾ ਜ਼ਿਕਰ ਹੁੰਦਾ ਹੈ ਤਾਂ ਤੁਸੀਂ ਵੀ ਕਹਿੰਦੇ ਹੋ ਕਿ ਖਰਾਬ ਹੋ ਗਈ, ਜਾਂ ਬੀਜੇਪੀ ਕਹਿੰਦੀ ਹੈ ਕਿ ਖਰਾਬ ਹੋ ਗਈ ਮੌਜੂਦਾ ਸਮੇਂ 'ਚ। ਕੰਪੇਅਰ ਤਾਂ ਕਰੋਗੇ ਨਾ, ਕੰਪੇਅਰ ਕਰ ਰਹੇ ਹੋ, ਇਸ ਦਾ ਮਤਲਬ ਕੰਪੇਅਰ ਕਿਵੇਂ ਹੁੰਦੀ ਹੈ? ਕੰਪੇਅਰ ਅੰਕੜਿਆਂ ਦੇ ਜ਼ਰੀਏ ਕਰ ਰਹੇ ਹੋ ਤਾਂ ਸਰਕਾਰ ਕਹਿੰਦੀ ਹੈ ਅੰਕੜੇ ਚੁੱਕ ਲਓ, ਅੰਕੜਿਆਂ ਦੇ ਮੁਤਾਬਕ ਉਸ ਸਮੇਂ ਜ਼ਿਆਦਾ ਕਤਲ ਹੋਏ ਆ, ਮੌਜੂਦਾ ਸਮੇਂ 'ਚ ਘੱਟ ਕਤਲ ਹੋਏ ਆ, ਤਾਂ ਇਸ ਕਰਕੇ ਬਿਹਤਰ ਹੈ ਸਥਿਤੀ। ਕਿ ਤੁਸੀਂ ਇਤਫਾਕ ਨਹੀਂ ਰੱਖਦੇ ਇਸ ਗੱਲ ਨਾਲ? ਜੇ ਨਹੀਂ ਰੱਖਦੇ ਤਾਂ ਫਿਰ ਕੀ ਪੈਮਾਨਾ ਹੋਣਾ ਚਾਹੀਦਾ ਜਾਂ ਹੋ ਸਕਦਾ ਹੈ? ਥੈਂਕ ਯੂ ਜੀ, ਥੈਂਕ ਯੂ। ਅੱਜ ਮੇਰੀ ਤਬੀਅਤ ਕਾਫੀ ਖਰਾਬ ਸੀਗੀ, ਪਰ ਇਹ ਜਿਹੜੀ ਡਿਬੇਟ ਹੈ ਇਹ ਏਡੀ ਇੰਪੋਰਟੈਂਟ ਹੈ, ਮੈਂ ਸੋਚਿਆ ਕਿ ਮੈਂ ਆ ਹੀ ਜਾਣਾ ਇਸ ਡਿਬੇਟ ਦੇ ਵਿੱਚ। ਸ਼ੁਕਰੀਆ ਸਰ ਤੁਹਾਡਾ। ਮੈਂ ਇੱਕ ਪੁਰਾਣਾ ਮੈਂ ਇੱਕ ਫੌਜੀ ਹਾਂ ਤੇ ਮੈਂ ਕਾਊਂਟਰ ਇੰਸਰਜੈਂਸੀ ਦਾ ਐਕਸਪਰਟ ਹਾਂ। ਮੈਂ J&K ਦੇਖਿਆ, ਪੰਜਾਬ ਦੇਖਿਆ, ਨਾਰਥ ਈਸਟ ਦੇਖੀ ਹੈ, ਸ੍ਰੀਲੰਕਾ ਦੇਖਿਆ, ਬਹੁਤ ਕੁਝ ਦੇਖਿਆ ਮੈਂ। ਸੋ ਮੈਂ ਤੇ ਇਹ ਕਹਿਣਾ ਕਿ ਕਦੀ ਵੀ ਕਿਸੇ ਵੀ ਜਗ੍ਹਾ ਦੇ ਵਿੱਚ ਪੂਰੇ ਸਾਡੇ ਪੰਜਾਬ 'ਚ ਖਾਸ ਕਰ ਪੂਰੇ ਹਿੰਦੁਸਤਾਨ ਦੇ ਵਿੱਚ ਐਸਾ ਮਾਹੌਲ ਨਹੀਂ ਬਣਨਾ ਚਾਹੀਦਾ ਜਿਹੜਾ ਕਿ ਅਸੀਂ ਉਹਨੂੰ ਕੰਟਰੋਲ ਨਾ ਕਰ ਸਕੀਏ। ਗੌਰਵ ਦੀ ਬਹੁਤ ਨੁਕਸਾਨ ਹੁੰਦਾ ਹੈ, ਐਸੇ ਨੁਕਸਾਨ ਹੁੰਦੇ ਨੇ ਜਿਹੜੇ ਹੁਣ ਇਸ ਵੇਲੇ ਬੁਢਾਪੇ 'ਚ ਆ ਕੇ ਸਾਨੂੰ ਜਦੋਂ ਯਾਦ ਆਉਂਦੇ ਨੇ ਤੇ ਬਹੁਤ ਦਿਲ ਖਰਾਬ ਹੁੰਦਾ ਹੈ। ਸੋ ਇਹ ਮੋਟਿਵ ਇਹਦੇ ਉੱਤੇ ਦੇਖੋ, ਆંકੜੇ ਜਿਹੜੇ ਨੇ ਦੋਵੇਂ ਅਰਸ਼ਪ੍ਰੀਤ ਕਲੇਰ ਜੀ ਨੇ ਤੇ ਅਰਸ਼ਪ੍ਰੀਤ ਜੀ ਨੇ ਤੇ ਕਲੇਰ ਸਾਹਿਬ ਨੇ ਦਿੱਤੇ ਨੇ, ਮੈਂ ਉਹਨਾਂ 'ਚ ਨਹੀਂ ਜਾਵਾਂਗਾ, ਮੈਂ ਮੈਕਰੋ ਲੈਵਲ ਦੇ ਉੱਤੇ ਗੱਲ ਕਰਾਂਗਾ। ਮੇਰੇ ਕੋਲ 8 ਪੁਆਇੰਟ ਨੇ, ਮੈਂ 4 ਪਹਿਲੇ ਦੇ ਦਾਂਗਾ, 4 ਬਾਅਦ 'ਚ ਦੇ ਦਾਂਗਾ। ਸਭ ਤੋਂ ਪਹਿਲੇ 2 ਇਹਨਾਂ ਨੇ ਗੱਲਾਂ ਬਹੁਤ ਚੰਗੀਆਂ ਕੀਤੀਆਂ ਨੇ। ਜ਼ੀਰੋ ਟੋਲਰੈਂਸ ਇਨ ਸਿਕਿਉਰਿਟੀ ਪ੍ਰੋਬਲਮ ਵਿਚ ਇਜ਼ ਅ ਆਨਗੋਇੰਗ ਪ੍ਰੋਸੈਸ। ਪਿਛਲੀ ਗੱਲ ਤੇ ਕੋਈ ਕਮੀ ਨਹੀਂ ਚਾਹੀਦੀ। ਹੁਣ ਦਾ ਦੇਖੋ ਤੁਹਾਡੀ ਜ਼ੀਰੋ ਟੋਲਰੈਂਸ ਹੈਗੀ ਹੈ ਕਿ ਨਹੀਂ ਹੈ। ਦੂਸਰੀ ਗੱਲ ਹੈ, ਇਜ਼ ਦ ਕਾਮਨ ਮੈਨ ਫੀਲਿੰਗ ਇਨਸਿਕਿਉਰ ਐਂਡ ਕੀ ਇੰਸਰਜੈਂਸੀ ਦੀ ਹਵਾ ਜਿਹੜੀ ਹੈ ਉਹ ਫੈਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਇਹ 2 ਜਿਹੜੇ ਇੰਡੀਕੇਟਰਸ ਨੇ ਇਹ ਦੱਸਦੇ ਨੇ ਕਿ ਇੱਕ ਏਰੀਆ ਦੀ ਜਿਹੜੀ ਸਿਕਿਉਰਿਟੀ ਵਿਵਸਥਾ ਹੈ ਉਹ ਠੀਕ ਹੈ ਕਿ ਨਹੀਂ ਹੈ। ਹੁਣ ਇਹਦੇ 'ਚ ਮੈਂ ਤੁਹਾਨੂੰ ਸਪੈਸੀਫਿਕਲੀ 3 ਪੁਆਇੰਟ ਦੇ ਦਾਂਗਾ, ਬਾਅਦ 'ਚ ਦੂਸਰੇ ਦੇਵਾਂਗਾ। ਪਹਿਲਾ ਪੁਆਇੰਟ ਹੈ ਲੌਂਗ ਆਰਮ ਆਫ ਦ ਲਾਅ। ਲੌਂਗ ਆਰਮ ਆਫ ਦ ਲਾਅ ਹੁੰਦਾ ਹੈ ਕਿ ਅਗਰ ਕੋਈ ਗੜਬੜ ਹੋਏ ਉਹਨੂੰ ਲਾਅ ਜਿਹੜਾ ਹੈ ਉਹ ਫਟੋਫਟ ਫੜ ਲੇ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਹੋ ਜਾਏ। ਇਹ ਜਿਹੜਾ ਲੌਂਗ ਆਰਮ ਆਫ ਦ ਲਾਅ ਹੈ ਇਹਦੇ ਵਿੱਚ ਗਵਰਨਮੈਂਟ ਫੇਲ ਹੋ ਰਹੀ ਹੈ, ਜੋ ਕਿ ਮੂਸੇਵਾਲਾ ਤੇ ਅਜਨਾਲਾ ਇੰਸੀਡੈਂਟ ਤੋਂ ਪਤਾ ਲੱਗ ਗਿਆ ਹੈ, ਜਿਹੜਾ ਕਿ ਇਹ ਸੰਭਾਲ ਨਹੀਂ ਸਕੇ। ਦੂਸਰਾ ਹੈ ਅਪਹੋਲਡਿੰਗ ਆਫ ਕਨਸਟੀਟਿਊਸ਼ਨਲ ਨੋਰਮਸ। ਕਨਸਟੀਟਿਊਸ਼ਨਲ ਨੋਰਮਸ ਨੇ ਕੋਈ ਤੌਰ ਤਰੀਕੇ ਨੇ ਜਿਹਦੇ ਨਾਲ ਕੀ ਚੱਲਦਾ ਹੈ। ਅਗਰ ਕੋਈ ਇੱਥੇ ਐਸਾ ਬੰਦਾ ਹੈ ਜੋ ਕਿ ਆਪਣੀ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ, ਸੈਪਰੇਟਿਜ਼ਮ ਕਰਨੀ ਚਾਹੁੰਦਾ ਹੈ ਜਾਂ ਕੁਝ ਕਰ ਸਕਦਾ ਹੈ, ਉਹਨੂੰ ਕਨਸਟੀਟਿਊਸ਼ਨਲ ਨੋਰਮਸ ਦੇ ਵਿੱਚ ਰਹਿ ਕੇ ਕਰਨਾ ਪਏਗਾ, ਉਹਦੇ ਬਾਹਰ ਨਹੀਂ ਜਾ ਸਕਦਾ। ਠੀਕ ਹੈ, ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਤੇ ਪੀਸਫੁਲ ਹਾਂ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਪ੍ਰੋਵੋਕ ਕਰੇ ਕਿ ਤੁਸੀਂ ਸ਼ਸਤਰ ਬੰਨ ਲਓ ਤੇ ਅਸੀਂ ਸੈਪਰੇਟਿਜ਼ਮ ਲਵਾਂਗੇ। ਇਹ ਕਨਸਟੀਟਿਊਸ਼ਨਲ ਨੋਰਮਸ ਨਹੀਂ ਹੁੰਦੇ। ਉਹਦੇ ਕੋਲ ਗਨਮੈਨ ਕਿਉਂ ਨੇ, ਉਹਨੂੰ ਕੌਨਗਰੀਗੇਸ਼ਨ ਕਰਨ ਦੇ ਵਾਸਤੇ ਕਿੰਨੇ ਇਜਾਜ਼ਤ ਦਿੱਤੀ ਹੈ, ਉਹਦੀ ਫੰਡਿੰਗ ਕਿੱਥੋਂ ਆ ਰਹੀ ਹੈ, ਉਹਦੀ ਸੋਸ਼ਲ ਮੀਡੀਆ ਦੇ ਵਿੱਚ ਇਹਦੀ ਪ੍ਰੈਜ਼ੈਂਸ ਕਿੱਥੋਂ ਹੈ, ਉਹ ਜਿਹੜੀ ਲੈਂਗੁਏਜ ਯੂਜ਼ ਕਰਦਾ ਹੈ ਉਹ ਵਿਦਿਨ ਦਾ ਕਨਸਟੀਟਿਊਸ਼ਨ ਠੀਕ ਹੈ ਕਿ ਨਹੀਂ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬਹੁਤ ਗੰਭੀਰ ਗੱਲਾਂ ਹੁੰਦੀਆਂ ਨੇ। ਆਮ ਆਦਮੀ ਪਾਰਟੀ ਦੀ ਨਵੀਂ ਗਵਰਨਮੈਂਟ ਹੈ, ਇਹਨਾਂ ਨੇ ਇਹ ਚੀਜ਼ਾਂ ਦੇਖਿਆ ਨਹੀਂ। ਇਹਨਾਂ ਨੂੰ ਥੋੜਾ ਜਿਹਾ ਦੇ ਨੀਡ ਟੂ ਗੈਟ ਅ ਲਿਟਲ ਮੋਰ ਸੀਰੀਅਸ ਅਬਾਊਟ ਆਲ ਥੀਸ ਥਿੰਗਸ, ਨਹੀਂ ਤਾਂ ਇਹ ਇੱਕ ਵਾਰ ਹੱਥੋਂ ਬਾਹਰ ਨਿਕਲ ਗਈ ਤੇ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਮੇਰੇ ਤੁਸੀਂ ਇਹ ਕਿਹਾ ਕਿ ਘੇਰਿਆ ਹੋਇਆ, ਕੋਈ ਇਹਨਾਂ ਨੂੰ ਘੇਰਨਾ ਨਹੀਂ ਚਾਹੁੰਦਾ, ਸਿਕਿਉਰਿਟੀ ਦੇ ਉੱਤੇ ਤੇ ਖਾਸ ਕਰਕੇ ਘੇਰਨਾ ਨਹੀਂ ਚਾਹੁੰਦਾ। ਅਸੀਂ ਤੇ ਸਿਰਫ ਇੰਨਾ ਕਹਿੰਦੇ ਆ ਕਿ ਅਗਰ ਤੁਹਾਡੇ ਕੋਲ ਇਹਨਾਂ ਚੀਜ਼ਾਂ ਦੇ ਬਾਰੇ ਕੋਈ ਉਹ ਹੈ ਨਹੀਂ ਹੈ, ਐਕਸਪੀਰੀਅੰਸ ਨਹੀਂ ਹੈ, ਤੇ ਸਾਡੇ ਕੋਲੋਂ ਪੁੱਛ ਲਓ, ਇੱਕ ਪੋਲੀਟੀਕਲ ਕੰਸੈਂਸਸ ਲੈ ਲਓ ਤੇ ਅਸੀਂ ਸਾਰੇ ਰਲ ਮਿਲ ਕੇ ਇਸ ਪ੍ਰੋਬਲਮ ਨੂੰ ਠੀਕ ਕਰੀਏ। ਪਰ ਜਿੱਦਾਂ ਕਲੇਰ ਸਾਹਿਬ ਨੇ ਤੇ ਅਰਸ਼ਪ੍ਰੀਤ ਨੇ ਕਿਹਾ, ਦ ਸਿਚੁਏਸ਼ਨ ਇਜ਼ ਵੈਰੀ ਵੈਰੀ ਸੈਂਸਿਟਿਵ ਐਂਡ ਵੈਰੀ ਵੈਰੀ ਕ੍ਰਿਟੀਕਲ। ਇਹ ਮੈਂ ਐਜ਼ ਅ ਪ੍ਰੋਫੈਸ਼ਨਲ ਤੁਹਾਨੂੰ ਦੱਸ ਰਿਹਾ। ਠੀਕ ਹੈ, ਮੈਂ ਹੁਣ ਰੁਕ ਕਰਦਾ ਗਗਨਦੀਪ ਸਿੰਘ ਜੀ ਦਾ, ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ। ਗਗਨਦੀਪ ਜੀ, ਤੁਸੀਂ ਸਾਰਿਆਂ ਨੂੰ ਸੁਣਿਆ
ਤੁਸੀਂ ਕਾਨੂੰਨ ਵਿਵਸਥਾ ਬਿਹਤਰ ਹੋਣ ਦਾ ਦਾਅਵਾ ਕਿਵੇਂ ਕਰ ਰਹੇ ਹੋ? ਹੁਣ ਇਹ ਲੋਕਾਂ ਨੂੰ ਸਮਝਾ ਦਿਓ। ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਮੈਂ ਖੁਦ ਆਰਮਡ ਫੋਰਸਿਸ ਦੇ ਵਿੱਚ ਸਰਵ ਕਰਕੇ ਆਇਆ ਹੋਇਆ ਜੀ। ਤੇ ਜਦੋਂ ਵੀ ਅਸੀਂ ਕਿਸੇ ਸਟੇਟ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਆ ਨਾ, ਕੰਪੈਰੀਜ਼ਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ। ਦੋ ਤਰ੍ਹਾਂ ਦੇ ਕੰਪੈਰੀਜ਼ਨ ਕਰਦੇ ਆ ਆਪਾਂ। ਇੱਕ ਤਾਂ ਹਿਸਟੋਰੀਕਲ ਕੰਪੈਰੀਜ਼ਨਸ, ਟਾਈਮ ਦੇ ਹਿਸਾਬ ਦੇ ਨਾਲ, ਜੋ ਅੱਜ ਮੀਤ ਹੇਅਰ ਜੀ ਨੇ ਕੀਤਾ। ਦੂਜਾ ਰੀਜਨਲ ਕੰਪੈਰੀਜ਼ਨਸ। ਮੈਂ ਡੇਟਾ ਕਲੀਅਰ ਦੱਸਦਾ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡੇਟਾ ਕਲੀਅਰਲੀ ਦੱਸਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਪੁਰਾਣੀਆਂ ਸਰਕਾਰਾਂ ਦੇ ਮੁਕਾਬਲੇ ਉਹ ਘੱਟ ਹੋ ਰਿਹਾ। ਇਹ ਜੋ ਆਪਾਂ ਰੋਜ਼ ਪ੍ਰੋਗਰਾਮ ਕਰਦਾ, ਜਾਂ ਮੀਡੀਆ ਤੇ ਕੁਝ ਪ੍ਰੋਗਰਾਮਸ ਆਉਂਦੇ ਆ, ਸੋਸ਼ਲ ਮੀਡੀਆ ਤੇ ਕੋਈ ਪ੍ਰੋਗਰਾਮਸ ਆਉਂਦੇ ਆ, ਜਾਂ ਆਪਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਇੱਕ ਮਾਹੌਲ ਜਿਹੜਾ ਪੈਦਾ ਕਰ ਰਹੀਆਂ ਨੇ, ਦਿਸ ਇਜ਼ ਨਥਿੰਗ ਬਟ ਅ ਫਾਲਸ ਨੈਰੇਟਿਵ। ਇਹ ਇੱਕ ਫੇਕ ਨੈਰੇਟਿਵ ਹੈ, ਕਿਉਂਕਿ ਜਦੋਂ ਤੁਹਾਡੀਆਂ ਗੱਲਾਂ ਆંકੜਿਆਂ ਦੇ ਨਾਲ ਹੀ ਨਹੀਂ ਮੇਲ ਖਾ ਰਹੀਆਂ, ਮਤਲਬ ਕੁਛ ਨਾ ਕੁਛ ਤਾਂ ਪ੍ਰੋਬਲਮ ਹੈਗੀ ਹੈ ਨਾ, ਕਿ ਇਹ ਫੇਕ ਐਡਵਰਟਾਈਜ਼ਮੈਂਟਸ ਕਰ ਰਹੇ ਨੇ, ਫੇਕ ਨੈਰੇਟਿਵ ਨੂੰ ਜਨਰੇਟ ਕਰ ਰਹੇ ਨੇ। ਇਹ ਜਦੋਂ ਗੱਲਾਂ ਕਰਦੇ ਨੇ ਕਿ ਆਰਪੀਜੀ ਅਟੈਕ ਹੋਇਆ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਮੌੜ ਮੰਡੀ ਦਾ ਬਲਾਸਟ ਇਹ ਭੁੱਲ ਗਏ। ਲੁਧਿਆਣੇ ਦੇ ਵਿੱਚ ਜਿਹੜਾ ਬਲਾਸਟ ਹੋਇਆ ਸਰ, ਅਟੈਕ ਹੋਏ ਤੇ ਉਹ ਸਕਸੈਸਫੁਲ ਨਹੀਂ ਹੋਏ। ਉਹ ਲੁਧਿਆਣੇ ਦੇ ਵਿੱਚ ਬਲਾਸਟ ਹੋਇਆ, ਉਹ ਕੰਪਲੀਟਲੀ ਸਕਸੈਸਫੁਲ ਹੋਇਆ। ਮੌੜ ਮੰਡੀ ਦੇ ਵਿੱਚ ਬਲਾਸਟ ਹੋਇਆ, ਕੰਪਲੀਟਲੀ ਸਕਸੈਸਫੁਲ ਹੋਇਆ। ਨਾਭਾ ਦੇ ਵਿੱਚ ਜੇਲ੍ਹ ਬ੍ਰੇਕ ਹੋਇਆ, ਢੰਡਰੀਆਂ ਵਾਲਿਆਂ ਦੇ ਖਿਲਾਫ ਗੋਲੀਆਂ ਚਲਾਈਆਂ ਗਈਆਂ। ਸਰ, ਉਹ ਕ੍ਰਾਈਮ ਨਹੀਂ ਹੈਗੇ? ਉਹ ਵੀ ਸਾਰੇ ਕ੍ਰਾਈਮ ਨੇ, ਇਹਨਾਂ ਨੂੰ ਦਿਖਦੇ ਨਹੀਂ। ਹਰਿਆਣੇ ਦੇ ਵਿੱਚ ਸੁਰਿੰਦਰਪਾਲ ਦੇ ਖਿਲਾਫ, ਸਰ ਇੱਕ ਮਿੰਟ ਗੌਰਵ ਜੀ, 2 ਮਿੰਟ ਕੰਪਲੀਟ ਕਰੋ। ਸੁਰਿੰਦਰਪਾਲ ਦੇ ਖਿਲਾਫ ਮਾਰਤਾ, ਡੀਐਸਪੀ ਮਾਰਤਾ, ਡੀਐਸਪੀ ਇੱਕ ਯੂਨੀਫਾਰਮ ਵਾਲਾ ਮਾਰਤਾ, ਉਹ ਛੋਟੀ ਇਵੈਂਟ ਹੈ। ਉਮੇਸ਼ ਯਾਦਵ ਮਾਰਤਾ ਯੂਪੀ ਦੇ ਵਿੱਚ, ਉਹ ਛੋਟੀ ਇਵੈਂਟ ਹੈ। ਇਹ ਸਾਰਾ ਐਕਚੁਅਲੀ ਫੇਕ ਤੇ ਫਾਲਸ ਨੈਰੇਟਿਵ ਆ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ। ਆਪਾਂ ਨੂੰ ਰੀਜਨਲ ਕੰਪੈਰੀਜ਼ਨਸ ਵੀ ਕਰਨੇ ਪੈਣੇ ਨੇ। ਮੈਂ ਤੁਹਾਨੂੰ ਫੈਕਟ ਦੇ ਨਾਲ ਦੱਸਦਾ, ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡਾ। ਰੀਜਨਲ ਕੰਪੈਰੀਜ਼ਨ ਤੋਂ ਭਾਵ ਹੈ ਕਿ ਤੁਸੀਂ ਪੰਜਾਬ ਦੇ ਕ੍ਰਾਈਮ ਦੇ ਅੰਕੜਿਆਂ ਨੂੰ ਕੰਪੇਅਰ ਕਰੋ ਕਿਸੇ ਹੋਰ ਸਟੇਟ ਦੇ ਨਾਲ। ਡੈਫੀਨੇਟਲੀ ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਕੋਜ਼ ਓਵਰਆਲ ਕਿਸੇ ਵੀ ਸਟੇਟ ਦੇ ਵਿੱਚ ਜਿਹੜਾ ਕ੍ਰਾਈਮ ਜਿਹੜਾ ਹੁੰਦਾ ਹੈਗਾ, ਉਸ ਸਟੇਟ ਦੀ ਤਾਂ ਰਿਸਪੌਂਸਿਬਿਲਟੀ ਹੈਗੀ ਆ, ਸੈਂਟਰ ਦੀ ਵੀ ਬੜੀ ਵੱਡੀ ਰਿਸਪੌਂਸਿਬਿਲਟੀ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, 2019 ਦੇ ਵਿੱਚ ਅਸੀਂ NIA ਨੂੰ ਇੰਨੀਆਂ ਜ਼ਿਆਦਾ ਤਾਕਤਾਂ ਦੇਤੀਆਂ FIR ਰਜਿਸਟਰ ਕਰਨ ਦੀ, ਪ੍ਰਾਪਰਟੀਆਂ ਨੂੰ ਅਟੈਚ ਕਰਨ ਦੀ। ਕਿਉਂ ਦਿੱਤੀ? ਕਿਉਂਕਿ ਸਾਡੀ ਕੇਂਦਰ ਦੀ ਸਰਕਾਰ ਇਹ ਸਮਝ ਚੁੱਕੀ ਹੈ ਜਿਹੜੇ ਕ੍ਰਾਈਮ ਹੋ ਰਹੇ ਆ ਨਾ, ਇਹ ਬਹੁਤ ਇੰਟੈਂਗਲਡ ਕ੍ਰਾਈਮਸ ਨੇ। ਇੱਕ ਸਟੇਟ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰਦੇ, ਆਪਾਂ ਪੰਜਾਬ ਨੂੰ ਰਿਸਪੌਂਸਿਬਲ ਠਹਿਰਾ ਰਹੇ ਹਾਂ, ਗਲਤ ਗੱਲ ਹੈ। ਮੈਂ ਕਹੂੰਗਾ ਪੰਜਾਬ ਦੀ ਰਿਸਪੌਂਸਿਬਿਲਟੀ ਬਣਦੀ ਸੀ, ਰਾਜਸਥਾਨ ਦੀ ਵੀ ਬਣਦੀ ਸੀ, ਹਰਿਆਣੇ ਦੀ ਵੀ ਬਣਦੀ ਸੀ। ਈਵਨ ਕ੍ਰਾਈਮ ਦੇ ਜਿਹੜੇ ਟੈਂਟੈਕਲਸ ਨੇ ਉਹ ਕੈਨੇਡਾ ਤੱਕ ਪਹੁੰਚੇ ਹੋਏ ਨੇ, ਯੂਰੋਪੀਅਨ ਕੰਟਰੀਜ਼ ਤੱਕ ਪਹੁੰਚੇ ਨੇ, ਤਾਂ ਹੀ ਤਾਂ NIA ਵਿੱਚ ਇਨਵੋਲਡ ਹੈਗੀ ਆ। ਬਾਕੀ ਅਸੀਂ ਕੋਈ ਜਸਟੀਫਾਈ ਨਹੀਂ ਕਰ ਰਹੇ ਕਿ ਅਸੀਂ ਕੁਝ ਮਤਲਬ ਬੈਟਰ ਕਰ ਰਹੇ ਹਾਂ, ਬਟ ਟ੍ਰੈਂਡਸ ਦੇ ਨਾਲ ਕੰਪੈਰੀਜ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਗੱਲ ਕਰਦੇ ਨੇ, ਅਰਸ਼ਦੀਪ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਐਕਸਟ੍ਰਾਡੀਸ਼ਨ ਨਹੀਂ ਕਰਦੇ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਐਕਸਟ੍ਰਾਡੀਸ਼ਨ ਕਰਨ ਦਾ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਸੈਂਟਰ ਗਵਰਨਮੈਂਟ ਦੀ ਆ। ਆਲਰੇਡੀ ਗੱਲ ਚੱਲ ਰਹੀ ਹੈ, ਵੀ ਆਰ ਇਨ ਕੋਆਰਡੀਨੇਸ਼ਨ, ਐਂਡ NIA ਨੇ ਵੀ ਇਹ ਕਿਹਾ ਪ੍ਰੈਸ ਕਾਨਫਰੰਸ ਕਰਕੇ, ਉਹਨਾਂ ਨੇ ਦੱਸਿਆ ਕਿ ਅਸੀਂ ਲੈ ਕੇ ਆਵਾਂਗੇ ਤੇ ਅਸੀਂ ਉਹਦੇ ਲਈ ਵਚਨਬੱਧ ਹੈ। ਠੀਕ ਹੈ, ਛੋਟਾ ਜਿਹਾ ਸਵਾਲ ਹੈ ਮੇਰਾ, ਮੈਂ ਉਸ ਤੋਂ ਬਾਅਦ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਗਗਨਦੀਪ ਜੀ, ਹਾਲਾਂਕਿ ਤੁਸੀਂ ਉਸ ਸ਼ਬਦ ਦਾ ਇਸਤੇਮਾਲ ਕਰ ਲਿਆ, ਹੁਣ ਯੂਪੀ ਦੇ ਵਿੱਚ ਕੀ ਹੋ ਰਿਹਾ, ਹਰਿਆਣਾ ਦੇ ਵਿੱਚ ਕੀ ਹੋ ਰਿਹਾ, ਹੋਰ ਸਟੇਟ ਦੇ ਵਿੱਚ ਕੀ ਹੋ ਰਿਹਾ ਹੈ, ਜਾਂ 2015, 16, 17, 10, 11, 12 ਜਾਂ ਫਿਰ 21, 22 ਚ ਕੀ ਹੋਇਆ, ਮੌਜੂਦਾ ਸਮੇਂ ਨੂੰ ਉਹਨਾਂ ਦੇ ਨਾਲ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਨਾ ਸਰ। ਜੇ 669 ਕਤਲ ਦਾ ਅੰਕੜਾ ਤੁਸੀਂ ਖੁਦ ਦੇ ਰਹੇ ਹੋ ਤਾਂ ਉਹ 669 ਵੀ ਬਹੁਤ ਵੱਡਾ ਅੰਕੜਾ ਹੈ। ਪਿਛਲੇ ਸਾਲ ਦੇ ਮੁਕਾਬਲੇ ਮੈਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਕੋਈ ਘਟ ਨਹੀਂ ਹੈ, 50-60 ਦਾ ਅੰਕੜਾ ਘਟਿਆ ਹੈ, ਪਰ 669 ਕਤਲ ਵੀ ਬਹੁਤ ਜ਼ਿਆਦਾ ਨੇ। ਗੌਰਵ ਜੀ, ਮੈਂ ਨਾ ਮਤਲਬ ਮੈਂ ਹੁਣ ਕੁਝ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਮੈਂ ਪੋਲੀਟੀਕਲ ਪਰਸਪੈਕਟਿਵ ਤੋਂ ਨਹੀਂ ਦੱਸ ਰਿਹਾ, ਮੈਂ ਤੁਹਾਨੂੰ ਨਿਊਟਰਲ ਪਰਸਪੈਕਟਿਵ ਤੋਂ ਦੱਸਣੀ ਚਾਹੁੰਦਾ, ਬਿਕੋਜ਼ ਮੈਂ ਖੁਦ ਸਰਵ ਕਰਕੇ ਆਇਆ ਵੇ ਆਰਮਡ ਫੋਰਸਿਸ ਦੇ ਵਿੱਚ। ਸੁਪਰੀਮ ਕੋਰਟ ਦੀ ਜੱਜਮੈਂਟ ਹੈ ਪ੍ਰਕਾਸ਼ ਸਿੰਘ ਕੇਸ ਦੇ ਵਿੱਚ। ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਚਾਹੇ ਕਿਸੇ ਵੀ ਸਟੇਟ ਦੀ ਪੁਲਿਸ ਹੈ, ਉਹਨੂੰ ਰਿਫਾਰਮ ਕਰਨ ਦੀ ਲੋੜ ਹੈ, ਤੇ ਰਿਫਾਰਮ ਕਰਨ ਵਾਸਤੇ ਫੰਡਸ ਦੀ ਬਹੁਤ ਜ਼ਿਆਦਾ ਲੋੜ ਹੈ। ਸਾਡੇ ਕਿਸੇ ਵੀ ਸਟੇਟ ਦਾ ਜਿਹੜਾ ਪੁਲਿਸ ਦੀ ਵਿਵਸਥਾ ਹੈਗੀ ਹੈ ਉਹ ਕਨਸਟੇਬਲਰੀ ਸਿਸਟਮ ਹੈ। ਸਾਡਾ ਜਿਹੜਾ ਬੇਸ ਆ ਬਹੁਤ ਜ਼ਿਆਦਾ ਬਰੋਡ ਹੈ, ਜਿਹਦੇ ਵਿੱਚ ਕਨਸਟੇਬਲਸ ਨੇ। ਸਾਨੂੰ ਜ਼ਿਆਦਾ ਭਰਤੀਆਂ ਕਰਨੀਆਂ ਪੈਣੀਆਂ, ਇੰਸਪੈਕਟਰ ਲੈਵਲ ਤੇ ਭਰਤੀਆਂ ਕਰਨੀਆਂ ਪੈਣੀਆਂ। ਠੀਕ ਹੈ, ਤੁਸੀਂ ਗਵਰਨਮੈਂਟ ਨੂੰ ਫੰਡ ਦੇਣੇ ਪੈਣੇ ਆ ਜੇ ਸੈਂਟਰ ਗਵਰਨਮੈਂਟ ਚਾਹੁੰਦੀ ਹੈ ਕਿ ਹਿੰਦੁਸਤਾਨ ਦਾ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੈਟਰ ਹੋਵੇ। ਬਾਕੀ ਇਹਨਾਂ ਦੇ ਹੋਮ ਮਿਨਿਸਟਰ ਨੇ ਜੀ ਨਿਤਿਆਨੰਦ ਰਾਏ, ਉਹਨਾਂ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ 2022 ਦੇ ਵਿੱਚ ਉਹ ਇੰਪਰੂਵ ਹੋਈ ਹੈ। NCRB ਦਾ ਡੇਟਾ ਵੀ ਇਹੀ ਕਹਿ ਰਿਹਾ।
ਪੰਜਾਬ ਪੁਲਿਸ ਨੇ ਜੋ मैं नित्यानंद जी वाले पॉइंट के उपर नहीं जाना चाहूंगा, मैं तुहानूं दसांगा क्यों, पर अर्श जी कुछ कहना चाह रहे हैं, तुहाडे विरोधी सहमत नहीं होणगे तुहाडी गल दे नाल। अर्शदीप जी इशारा कर रहे ने हो सहमत नहीं ਹੁੰਦੇ ਸਰ, ਇਹ ਫੈਕਟ ਦੇ ਨਾਲ सहमत चलो थोड़ा वेट करो सर। ਗਗਨ ਜੀ ਚੱਲਦੇ ਨੇ ਸਰ, ਇਮੋਸ਼ਨਲ ਹੋ ਕੇ ਚੱਲਦੇ ਨੇ। ਇਹਨਾਂ ਨੇ ਹੁਣ ਤੁਹਾਨੂੰ ਡਿਬੇਟ ਦੇ ਵਿੱਚ ਵੀ ਇਹਨਾਂ ਨੇ ਇਮੋਸ਼ਨਲ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀ, ਫੈਕਟ ਦੇ ਬੇਸਿਸ ਤੇ ਨਹੀਂ ਚੱਲਦੇ, ਕਿਉਂਕਿ ਇਹਨਾਂ ਨੂੰ ਪਤਾ ਤੁਹਾਡਾ वैलिड पॉइंट है। इमोशनल्स एक पासे है, पर फैक्ट्स ਤਾਂ ਸਭ ਤੋਂ ਅਹਿਮ ਹੈ ਨਾ ਕਿ ਤੱਥਾਂ ਦੇ ਉੱਤੇ ਗੱਲ ਕਰੀਏ। ਠੀਕ ਹੈ, ਦੇਖੋ ਮੈਂ ਉਹੀ ਗੱਲ ਆਪਾਂ ਕੋਸ਼ਿਸ਼ ਕਰਦੇ ਆਪਾਂ ਕੋਸ਼ਿਸ਼ ਕਰ ਗਗਨ ਜੀ ਬਹੁਤ ਚੰਗੀ ਗੱਲ ਹੈ। ਹਾਂ ਅਸੀਂ ਇਮੋਸ਼ਨਲ ਆ ਕਿਉਂਕਿ ਸਾਡਾ ਸੂਬਾ ਤੁਹਾਡੀ ਸਰਕਾਰ ਲੁੱਟ ਰਹੀ ਹੈ ਤਾਂ ਅਸੀਂ ਇਮੋਸ਼ਨਲ ਆ। ਹੁਣ ਗੱਲ ਸੁਣ ਲਓ ਇੱਕ ਮਿੰਟ, ਮੈਂ ਗਗਨ ਜੀ ਆ ਰਿਹਾ ਤੁਹਾਡੇ ਕੋਲ। ਤੁਸੀਂ ਅੱਜ 2-3 ਗੱਲਾਂ ਕੀਤੀਆਂ। ਤੁਸੀਂ ਪਹਿਲੀ ਕੀਤੀ ਜੀ ਅਸੀਂ ਐਕਸਟ੍ਰੈਡੀਸ਼ਨ ਕਰਾ ਰਹੇ ਹਾਂ। ਮੈਂ ਤਾਂ ਤੁਹਾਨੂੰ ਸਿੱਧਾ ਸਵਾਲ ਕੀਤਾ ਸੀ ਕਿ ਤੁਹਾਡੇ ਮੁੱਖ ਮੰਤਰੀ ਭਗਵੰਤ ਮਾਨ ਲਾਈਵ ਹੋਏ ਸੀ, ਉਹ ਕਹਿੰਦੇ ਗੋਲਡੀ ਬਰਾੜ ਡਿਟੇਨ ਕਰ ਲਿਆ। NIA ਨੇ ਪੁਸ਼ਟੀ ਨਹੀਂ ਕੀਤੀ, ਅਮਰੀਕਨ ਏਜੰਸੀਜ਼ ਨੇ ਪੁਸ਼ਟੀ ਨਹੀਂ ਕੀਤੀ, ਉਹ ਰਿਐਲਿਟੀ ਹੈ ਕਿ ਉਹ ਡਿਟੇਨ ਨਹੀਂ ਹੋਇਆ। ਹੁਣ ਤਾਂ ਤੁਹਾਡਾ ਮੰਤਰੀ ਕੁਲਦੀਪ ਧਾਲੀਵਾਲ ਤੁਹਾਡਾ ਥੋੜੀ ਵੇਟ ਕਰਿਓ, ਹੁਣ ਤੁਹਾਡੇ 30 ਸੈਕਿੰਡ ਦੇ ਦਿਓ, ਆਪਾਂ ਨਾਲ ਦੀ ਨਾਲ ਮੈਂ ਤੁਹਾਡੇ ਕੋਲ ਆਉਂਗਾ, ਬੇਫਿਕਰ ਹੋ। ਹੁਣ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਂਦਾ, ਨਾਲ ਦੀ ਨਾਲ ਤੁਸੀਂ ਜਵਾਬ ਦਿਓ। ਤੁਹਾਡੇ ਕੁਲਦੀਪ ਧਾਲੀਵਾਲ ਨੇ ਫਲੋਰ ਆਫ ਦਾ ਹਾਊਸ ਤੇ ਕਿਹਾ ਵੀ ਨਹੀਂ ਡਿਟੇਨ ਹੋਇਆ, ਅਸੀਂ ਜਲਦੀ ਕਰਾਂਗੇ। ਸੋ ਮੁੱਖ ਮੰਤਰੀ ਨੇ ਕਿਉਂ ਝੂਠ ਬੋਲਿਆ ਲੋਕਾਂ ਨੂੰ ਦੱਸੋ। ਠੀਕ ਹੈ, ਅੱਜ ਤੁਸੀਂ ਕਹਿ ਰਹੇ ਹੋ ਪੰਜਾਬ ਪੁਲਿਸ ਕੋਲੇ ਫੰਡ ਨਹੀਂ, ਤੇ RTI ਦੀ ਇਨਫੋਰਮੇਸ਼ਨ ਹੈ ਹਜ਼ਾਰਾਂ ਕਰੋੜ ਰੁਪਈਆ ਤੁਸੀਂ ਇਸ਼ਤਿਹਾਰਬਾਜ਼ੀ ਤੇ ਹਿਮਾਚਲ, ਗੁਜਰਾਤ, ਪਤਾ ਨਹੀਂ ਕਿਹੜੀ ਸਟੇਟ 'ਚ ਲਟਾਤਾ, ਉਹ ਪੰਜਾਬ ਪੁਲਿਸ ਤੇ ਕਿਉਂ ਨਹੀਂ ਖਰਚਾ ਕੀਤਾ। ਤੀਸਰੀ ਗੱਲ, ਤੁਸੀਂ ਇਤਿਹਾਸ ਦੇ ਵਿੱਚ ਤਾਂ ਚਲੇ ਜਾਓ, ਕੋਈ ਗੱਲ ਨਹੀਂ, ਚੰਗੀ ਗੱਲ ਹੈ, ਕੰਪੈਰੀਜ਼ਨ ਕਰ ਲਓ। ਜੋ ਅਜਨਾਲੇ ਦੇ ਵਿੱਚ ਹੋਇਆ, ਤੁਹਾਡੇ ਪੁਲਿਸ ਸਟੇਸ਼ਨ ਤੇ ਦਿਨ ਦਿਹਾੜੇ ਕਬਜ਼ਾ, ਤੁਹਾਡੇ ਪੁਲਿਸ ਅਫਸਰਾਂ ਦੇ ਸਿਰ ਪਾੜ ਕੇ ਅੰਮ੍ਰਿਤਪਾਲ ਆਪਣੇ ਬੰਦੇ ਛਡਾ ਕੇ ਲੈ ਗਿਆ, ਤੇ ਸਰਕਾਰ ਨੇ ਹੱਥ ਜੋੜ ਕੇ ਕਿਹਾ ਕਿ ਅੰਮ੍ਰਿਤਪਾਲ ਤੂੰ ਬੰਦੇ ਵੀ ਲੈ ਜਾ, ਅਸੀਂ ਤੇਰੇ ਤੇ ਕੋਈ ਕਾਰਵਾਈ ਨਹੀਂ ਕਰਾਂਗੇ। ਇਹ ਸਿਖਾਇਆ ਤੁਹਾਨੂੰ ਫੋਰਸਿਸ ਨੇ। ਤੁਸੀਂ ਕਹਿੰਦੇ ਹੋ ਅਸੀਂ ਫੋਰਸਿਸ 'ਚ ਕੰਮ ਕਰਕੇ ਆਏ ਆ, ਇਹ ਸਿਖਾਇਆ ਜਾਂਦਾ ਕਿ ਤੁਹਾਨੂੰ ਕੁੱਟ ਕੇ ਮਾਰ ਕੇ ਤੁਹਾਡੇ ਬੰਦੇ ਛੜਾ ਕੇ ਲੈ ਜਾਓ, ਤੇ ਤੁਸੀਂ ਗੋਡਿਆਂ ਤੇ ਹੱਥ ਜੋੜ ਕੇ ਖੜ ਜਾਓ ਵੀ ਲੈ ਜਾ ਭਾਈ, ਜੋ ਮਰਜ਼ੀ ਕਰ ਲੈ। ਅਜਨਾਲੇ ਵਾਲੀ ਘਟਨਾ ਦਾ ਕੀ ਜਵਾਬ ਹੈ? ਠੀਕ ਹੈ, ਆਪਾਂ ਜਵਾਬ ਤੇ ਅਨੰਦਪੁਰ ਸਾਹਿਬ ਜਿਹੜਾ ਦਿਨ ਦਿਹਾੜੇ ਕਤਲ ਹੋਇਆ, ਕੀ ਜਵਾਬ ਹੈ? ਇਹ ਦੇਣਪੂਰ ਤੁਹਾਡਾ ਮੀਤ। ਠੀਕ ਹੈ ਗਗਨ ਜੀ, ਮੈਂ ਮੀਤ ਹੇਰ ਨੂੰ ਫੇਰ ਤੁਹਾਡੇ ਸਾਹਮਣੇ ਕੁਐਸਚਨ ਕਰਦਾ ਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ ਉਹਨਾਂ ਤੇ ਆ ਕੇ ਗੱਲ ਕਰਨ। ਮੀਤ ਹੇਰ ਸਾਹਿਬ ਇੱਧਰ ਉੱਧਰ ਦੀਆਂ ਗੱਲਾਂ ਨਾ ਮਾਰੋ। ਅੱਜ ਪੰਜਾਬ ਦੇ ਹਾਲਾਤ ਤੁਸੀਂ ਲੋਕਾਂ ਨੇ ਜੰਗਲ ਰਾਜ ਬਣਾਇਆ ਹੋਇਆ। ਠੀਕ ਹੈ ਗਗਨ ਜੀ, ਜਵਾਬ ਦਿਓ ਇਸ ਗੱਲਾਂ ਦਾ। ਗਗਨ ਜੀ, ਗੌਰਵ ਜੀ ਜੰਗਲ ਰਾਜ ਹੈ, ਕਿਹੜੇ ਜੰਗਲ ਰਾਜ ਦੀ ਗੱਲ ਕਰ ਰਹੇ ਨੇ? ਕ੍ਰਾਈਮ ਘਟ ਰਿਹਾ ਹੈ, ਜੰਗਲ ਰਾਜ ਹੈ। ਅਬਡਕਸ਼ਨ ਘਟ ਗਈ, ਇਹ ਜੰਗਲ ਰਾਜ ਹੈ। ਕਿਡਨੈਪਿੰਗ ਦੇ ਕੇਸ ਘਟ ਗਏ, ਇਹ ਜੰਗਲ ਰਾਜ ਹੈ। NDPS ਦੇ ਕੇਸ ਘਟ ਗਏ, ਇਹ ਜੰਗਲ ਰਾਜ ਹੈ। ਕਤਲ ਘਟ ਗਏ, ਇਹ ਜੰਗਲ ਰਾਜ ਹੈ। ਸਰ ਡੇਟਾ ਤਾਂ ਸਾਰੇ ਇੰਪਰੂਵ ਹੋਏ ਹੋਏ ਨੇ, NDPS ਦੇ ਕੇਸਿਸ ਵੱਧ ਗਏ। ਥੋੜੇ ਕਲੇਸ਼ ਇੱਕ ਵਾਰੀ ਕਲੀਅਰ ਕਰ ਲੈਣ ਦਿਓ, ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਿਓ। ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ, ਹੋਰ ਕੁਝ ਨਹੀਂ ਹੈ। ਹੁਣ ਵੀ ਤੁਸੀਂ ਇੱਥੇ ਬੈਠੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਜਨਤਾ ਬਹੁਤ ਸਮਝਦਾਰ ਹੈ, ਜਨਤਾ ਨੂੰ ਇਹ ਵੀ ਪਤਾ ਹੈ ਕਿ ਅਸੀਂ ਅਜਨਾਲੇ ਦਾ ਇਵੈਂਟ ਬਹੁਤ ਚੰਗੇ ਢੰਗ ਦੇ ਨਾਲ ਹੈਂਡਲ ਕੀਤਾ। ਸਰ ਜਨਤਾ ਨੂੰ ਪਤਾ ਹੈ, ਪੰਜਾਬ ਦੀ ਜਨਤਾ ਵਾਹ-ਵਾਹ ਸਾਨੂੰ ਕਰ ਰਹੀ ਹੈ। ਠੀਕ ਹੈ ਗਗਨ ਜੀ, ਛੋਟਾ ਜਿਹਾ ਸਵਾਲ ਹੈ, ਤੁਹਾਨੂੰ ਨਹੀਂ ਲੱਗਦਾ ਕਿ ਅਜਨਾਲੇ ਵਾਲੇ ਘਟਨਾਕ੍ਰਮ ਤੋਂ ਬਾਅਦ ਇੱਕ ਚਿੰਤਾ ਵਾਲਾ ਮਾਹੌਲ ਤਾਂ ਬਣਿਆ? ਕਲੇਰ ਜੀ ਤਾਂ ਕਹਿ ਰਹੇ ਕਿ ਹਰ ਕਿਸੇ ਇਸ ਸਮੇਂ ਪੰਜਾਬੀਆਂ ਨੂੰ ਪੰਜਾਬ 'ਚ ਡਰ ਲੱਗ ਰਿਹਾ ਹੈ। ਜਦੋਂ ਇਹਨਾਂ ਦੇ ਵੇਲੇ ਮੋੜ ਮੰਡੀ ਦੇ ਵਿੱਚ ਬੰਬ ਬਲਾਸਟ ਹੋ ਜਾਂਦਾ, ਉਦੋਂ ਨਹੀਂ ਡਰ ਲੱਗਦਾ। ਜਦੋਂ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋ ਜਾਂਦਾ, ਕੋਰਟ ਦੇ ਵਿੱਚ ਤੁਸੀਂ ਗੱਲਾਂ ਦਾ ਜਵਾਬ ਨਹੀਂ ਦੇ ਪਾ ਰਹੇ। ਤੁਹਾਨੂੰ ਮੈਂ ਗੋਲਡੀ ਬਰਾੜ ਤੇ ਤੁਹਾਡੀ ਸਰਕਾਰ ਦੀ ਸਟੇਟਮੈਂਟ ਝੂਠੀ। ਕਲੇਰ ਜੀ, ਗਗਨ ਜੀ, ਥੋੜਾ ਇੰਤਜ਼ਾਰ ਕਰੋ, ਆਪਾਂ ਸਾਰਿਆਂ ਨੂੰ ਨਾਲੇ ਤੁਸੀਂ ਅੱਜ 15 ਦਿਨ ਬੀਤ ਗਏ, ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਨੂੰ ਦੱਸੋ ਤਾਂ ਸਹੀ, ਕਿੰਨਾ ਝੂਠ ਬੋਲੋਗੇ? ਤੇ ਤੱਥ ਹੈਗਾ, ਕਿਸੇ ਗੱਲ ਥੋੜੇ ਫੈਕਟ ਹੈਗਾ। ਮਤਲਬ ਤੁਸੀਂ ਕਹਿ ਰਹੇ ਹੋ, ਠੀਕ ਹੈ, ਇੱਕ ਗਗਨ ਜੀ ਮੈਂ ਤੁਹਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਕਹਿੰਦੇ ਨੇ ਕਾਨੂੰਨ ਵਿਵਸਥਾ ਖਰਾਬ ਹੋਈ ਹੈ, ਪਰ ਅੰਕੜੇ ਕਹਿੰਦੇ ਨੇ ਕਿ ਕ੍ਰਾਈਮ ਘਟਿਆ। ਤੁਸੀਂ ਕਹਿ ਦਿਓ ਗੌਰਵ ਜੀ, ਠੀਕ ਹੈ, ਥੋੜੀ ਵੇਟ ਕਰੋ। ਖੜਿਆਲ ਸਾਹਿਬ ਦਾ ਰੁਕ ਕਰਦਾ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਨਾਲ ਦੀ ਨਾਲ ਜਵਾਬ ਦਿੰਦੇ ਰਹੋ। ਗੌਰਵ ਜੀ ਪਹਿਲੀ ਗੱਲ ਤਾਂ ਤੱਥ ਦੇ ਉੱਪਰ ਰਹੀਏ, ਆਪਾਂ ਫੈਕਟ ਦੇ ਉੱਪਰ ਰਹਾਂਗੇ। ਖੜਿਆਲ ਸਾਹਿਬ, ਦਰਸ਼ਕਾਂ ਨੂੰ ਪਹਿਲਾਂ ਤਾਂ ਆ ਦਿਖਾਓ ਗੌਰਵ ਜੀ, ਇਹ ਆંકੜਿਆਂ ਦੀ ਗੱਲ ਕਰਦੇ ਐ, NCRB ਦੀ ਗੱਲ ਕਰਦੇ ਐ। NDPS ਰਿਲੇਟਡ ਕ੍ਰਾਈਮ ਦੇ ਵਿੱਚ ਪੰਜਾਬ ਨੇ ਟੌਪ ਕੀਤਾ ਹੈ। NDPS ਰਿਲੇਟਡ ਕ੍ਰਾਈਮ ਦੇ ਵਿੱਚ, ਤੇ ਹਜੇ ਕਹਿ ਰਹੇ ਵੀ ਆંકੜੇ ਜਿਹੜੇ ਐ ਸਾਡੇ ਵਾਲੇ ਪਾਸੇ ਐ, ਝੂਠ ਹੈ ਤੁਹਾਡਾ। ਦੂਜੀ ਗੱਲ, ਇਹ ਜਿਹੜਾ ਗੌਰਵ ਜੀ ਇਹ ਬੇਸਿਕਲੀ ਕੰਟਰਾਸਟ ਜਿਹੜਾ ਡਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਨਾਲੇ ਜੀ, ਇਹਨਾਂ ਨੂੰ ਇਹ ਨਹੀਂ ਪਤਾ ਕਿ ਦੋ ਗਲਤ ਇੱਕ ਸਹੀ ਨਹੀਂ ਬਣਾਉਣਗੇ। ਤੁਸੀਂ ਜਿੰਨੇ ਮਰਜ਼ੀ ਚੀਜ਼ਾਂ ਕੋਟ ਕਰ ਲਓ, ਜਿੰਨੀ ਮਰਜ਼ੀ ਗੱਲਾਂ ਕਰ ਲਓ, ਟੂ ਰੌਂਗਸ ਵਿਲ ਨੈਵਰ ਮੇਕ ਵਨ ਰਾਈਟ। ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ, ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਸਪੈਸ਼ਲੀ ਵੈਨ ਇਟਸ ਅ ਬਾਰਡਰ ਸਟੇਟ, ਸੈਂਸਿਟਿਵ ਸਟੇਟ ਹੈ। ਤੀਜੀ ਗੱਲ ਗੌਰਵ ਜੀ, ਕਿਉਂਕਿ ਆਮ ਆਦਮੀ ਪਾਰਟੀ ਨਾ ਐਕਸ਼ਨ ਨਹੀਂ ਲੈ ਪਾ ਰਹੀ। ਕੋਈ ਅੱਛਾ ਕ੍ਰਾਈਮ ਤਾਂ ਹੋ ਗਿਆ, ਉਹ ਇੱਕ ਗੱਲ ਹੈ, ਉਹ ਤੋਂ ਬਾਅਦ ਉਹ ਕ੍ਰਿਮੀਨਲਸ ਤੇ ਪਰਪੈਟਰੇਟਰਸ ਤੇ ਐਕਸ਼ਨ ਲੈਣਾ ਸਰਕਾਰ ਦੀ
ਜ਼ਿੰਮੇਵਾਰੀ ਹੈ, ਕਿਉਂਕਿ ਉਹ ਚ ਫੇਲ ਹੋ ਗਿਆ ਹੈ, ਉਹਦੇ ਕਰਕੇ ਵੱਧ ਰਿਹਾ ਵਿਜੀਲੈਂਟਿਜ਼ਮ। ਕਾਨੂੰਨ ਨੂੰ ਲੋਕ ਆਪਦੇ ਹੱਥ ਚ ਲੈ ਰਹੇ ਹੈ। ਨਹੀਂ, ਕਿਹੜਾ ਤੁਹਾਨੂੰ ਇਨਸੀਡੈਂਟ ਲੱਗ ਰਿਹਾ ਹੈ? ਅਜਨਾਲਾ ਹੀ ਲੱਗ ਰਿਹਾ ਹੈ। ਦੇਖੋ ਤੁਸੀਂ ਆਪਣਾ ਇੱਕ ਇਨਸੀਡੈਂਟ ਥੋੜੀ ਹੈ, ਇੰਨੇ ਸਾਰੇ ਇਨਸੀਡੈਂਟ ਤੁਹਾਨੂੰ ਮੈਂ ਦੱਸ ਦਿੰਦਾ। ਜਦੋਂ ਬੰਦੇ ਨੂੰ ਲੱਗਦਾ ਵੀ ਯਾਰ ਸਰਕਾਰ ਕੁਝ ਕਰ ਨਹੀਂ ਰਹੀ, ਬੰਦਾ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਆਪੇ ਐਕਟ ਕਰ ਦਿੰਦਾ ਹੈ। ਇਹ ਪੰਜਾਬ ਦੇ ਵਿੱਚ ਹੋ ਰਿਹਾ ਹੈ। ਹੁਣ ਤੁਸੀਂ ਗੈਂਗਵਾਰ ਜਿਹੜੀ ਜੇਲ੍ਹ ਦੇ ਵਿੱਚ ਹੋਈ ਉਹਦਾ ਉਦਾਹਰਨ ਲਓ। ਦੇਖੋ ਗੌਰਵ ਜੀ, ਇਹ ਫੋਨ ਅੰਦਰ ਆ ਕਿਵੇਂ ਗਿਆ, ਇਹ ਵੀਡੀਓ ਵਾਇਰਲ ਕਿਵੇਂ ਹੋ ਗਈ? ਕੋਈ ਜਾਮਰ ਨਹੀਂ ਹੈਗੇ, ਕੋਈ ਉੱਥੇ ਕੰਧਾਂ ਉੱਚੀਆਂ ਨਹੀਂ ਹੈਗੀਆਂ, ਕੋਈ ਡੌਗ ਸਕੁਆਡ ਨਹੀਂ ਹੈਗੀ, ਕੋਈ ਸੁਪਰਵਿਜ਼ਨ, ਕੋਈ ਸਰਵੇਲੈਂਸ, ਕੁਝ ਵੀ ਨਹੀਂ ਹੋ ਰਹੀ। ਐ ਫੋਨ ਆ ਰਿਹਾ ਹੈ ਤੇ ਹਜੇ ਤੱਕ ਆਮ ਆਦਮੀ ਪਾਰਟੀ ਨੇ ਕੋਈ ਮੇਕ ਸ਼ੋਰ ਕੀਤਾ ਵੀ ਅੱਗੇ ਤੋਂ ਇਹ ਚੀਜ਼ ਨਾ ਹੋਵੇ, ਅਸੀਂ ਕੰਧਾਂ ਉੱਚੀਆਂ ਕਰਾ ਦਈਏ, ਕੋਈ ਸੋਲੂਸ਼ਨ ਅਸੀਂ ਇੰਪਲੀਮੈਂਟ ਕਰ ਦਈਏ? ਨਥਿੰਗ ਹੈਜ਼ ਬੀਨ ਡਨ। ਹਜੇ ਵੀ ਧਿਆਨ ਉਧਰ ਹੈ ਹੀ ਨਹੀਂ। ਦੂਜੀ ਗੱਲ, ਅਸੀਂ ਇਹ ਪੁੱਛਦੇ ਵੀ ਇੰਟੈਲੀਜੈਂਸ ਹੈ ਕਿੱਥੇ, ਜਦੋਂ ਤੁਹਾਨੂੰ ਪਤਾ ਹੈ ਵੀ ਦੋ ਗੈਂਗਸ ਨੇ, ਰਾਈਵਲਸ ਨੇ, ਉਹਨਾਂ ਨੂੰ ਅੱਡ-ਅੱਡ ਜੇਲ੍ਹ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਇਨ ਦ ਫਰਸਟ ਪਲੇਸ? ਤੇ ਜੇ ਇੱਕੋ ਜੇਲ੍ਹ ਦੇ ਵਿੱਚ ਇੰਟਰਾ ਜੇਲ੍ਹ 'ਚ ਹੈ ਤਾਂ ਇੱਕ ਜੇਲ੍ਹ ਦੇ ਵਿੱਚ ਹੀ ਦੂਰੀ ਹੋਣੀ ਚਾਹੀਦੀ ਸੀਗੀ, ਉਹ ਨਹੀਂ ਹੋਈ। ਉਹਦੇ ਪਿੱਛੇ ਕਾਰਨ ਕੀ ਹੈ? ਕੋਈ ਉਹਦੇ ਨਾ ਸਿੱਟ ਬਣਾਈ, ਨਾ ਕੋਈ ਇਨਕੁਆਇਰੀ ਕਰਾਈ, ਕੁਝ ਵੀ ਨਹੀਂ ਕਰਾਇਆ। ਮਤਲਬ ਅੱਗੇ ਵੀ ਹੋ ਸਕਦੀਆਂ ਚੀਜ਼ਾਂ, ਸਰਕਾਰ ਕੁਝ ਨਹੀਂ ਕਰ ਰਹੀ। ਹੁਣ ਦੂਜਾ ਸਭ ਤੋਂ ਜ਼ਰੂਰੀ ਇਨਸੀਡੈਂਟ, ਅਜਨਾਲਾ ਇਨਸੀਡੈਂਟ। ਇਹਨਾਂ ਦੇ ਸਪੋਕਸਪਰਸਨ ਨੇ ਗੌਰਵ ਜੀ ਇਹੀ ਡਿਬੇਟ ਦੇ ਵਿੱਚ ਕਿਹਾ ਸੀਗਾ ਬਹੁਤ ਜਲਦੀ ਦੇਖਿਓ ਗੌਰਵ ਜੀ ਐਕਸ਼ਨ ਲਵਾਂਗੇ ਇਹਨਾਂ ਤੇ, ਬਹੁਤ ਜਲਦ। ਹੁਣ ਮੇਰਾ ਸਵਾਲ ਪਹਿਲਾ ਇਹ ਹੈ ਗਗਨ ਜੀ ਨੂੰ ਕਿ ਹਜੇ ਤੱਕ ਐਕਸ਼ਨ ਕਿਉਂ ਨਹੀਂ ਹੋਇਆ? ਤੁਸੀਂ ਉਹਨੂੰ ਗਲਤ ਮੰਨਦੇ ਹੋ ਇਨਸੀਡੈਂਟ ਨੂੰ ਜਾਂ ਠੀਕ ਮੰਨਦੇ ਹੋ? ਜੇ ਗਲਤ ਮੰਨਦੇ ਹੋ ਤਾਂ ਡਿਲੇ ਕਿਉਂ ਹੈ ਐਕਸ਼ਨ ਦੇ ਵਿੱਚ? ਇਹਦਾ ਜਵਾਬ ਦੇ ਦਿਓ। ਕਿਉਂਕਿ ਜਦੋਂ FIR ਹੁੰਦੀ ਹੈ ਨਾ ਗੌਰਵ ਜੀ, ਉਹਦੇ ਵਿੱਚ ਡਿਲੇ ਐਕਸਪਲੇਨ ਕਰਨੀ ਬੜੀ ਔਖੀ ਹੋ ਜਾਂਦੀ ਹੈ ਪੁਲਿਸ ਨੂੰ, ਕੇਸ ਦੇ ਵਿੱਚ ਵੀ ਤੇ ਬੇਲ ਵੇਲੇ ਵੀ। ਦੱਸਣ ਵੀ ਡਿਲੇ ਹੈ ਕਿਉਂ। ਤੀਜੀ ਗੱਲ, ਅਸੀਂ ਇਹ ਪੁੱਛਦੇ ਹਾਂ ਵੀ ਪੁਲਿਸ ਦੇ ਸੱਟਾਂ ਵੱਜੀਆਂ, ਸੀਰੀਅਸ ਇੰਜਰੀਜ਼ ਹੈ, ਕੋਈ ਮਾਈਨਰ ਇੰਜਰੀਜ਼, ਸਿੰਪਲ ਇੰਜਰੀਜ਼ ਨਹੀਂ, ਗ੍ਰੀਵੀਅਸ ਇੰਜਰੀਜ਼ ਆਈਆਂ ਉਹਨਾਂ ਦੇ। ਤੇ ਕੀ ਇਹਨਾਂ ਦੀ ਡਿਊਟੀ ਨਹੀਂ ਬਣਦੀ ਵੀ ਜਿਹੜੀ ਫੋਰਸ ਸਾਨੂੰ ਸੇਫਗਾਰਡ ਕਰਦੀ ਹੈ, ਸਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਦੀ ਹੈ, ਸਾਨੂੰ ਮਹਿਸੂਸ ਕਰਾਉਂਦੀ ਹੈ, ਉਹਨਾਂ ਦਾ ਮੋਰਲ ਨਾ ਡਾਊਨ ਕੀਤਾ ਜਾਵੇ? ਉਹ ਡੀਮੋਰਲਾਈਜ਼ ਹੋ ਰਹੇ ਹੈ। ਠੀਕ ਹੈ, ਆਪਾਂ ਹੁਣ ਜਵਾਬ ਲੈ ਲਈ ਗਗਨ ਜੀ। ਮੇਰਾ ਕੰਕਲੂਡ ਕਰਨਾ ਗੌਰਵ ਜੀ, ਕੰਕਲੂਡ ਕਰਾਂ ਪਰ ਜ਼ਰੂਰੀ ਪੁਆਇੰਟ ਹੈ। ਸੋ ਇਹ ਗੱਲ ਦੱਸਣ ਵੀ ਕਿਉਂ ਨਹੀਂ ਮੇਕ ਸ਼ੋਰ ਕੀਤਾ FIR ਹੋਵੇ। ਤੇ ਲਾਸਟ ਚੀਜ਼ ਇਹਦੇ ਕਰਕੇ ਨਾ ਹੁੰਦਾ ਪਤਾ ਕੀ ਹੈ ਗੌਰਵ ਜੀ, ਇੱਥੇ ਵੀ ਪ੍ਰੈਸੀਡੈਂਟ ਹੀ ਸੈਟਅਪ ਹੋ ਰਿਹਾ ਕਿ ਜੇ ਤੁਹਾਨੂੰ ਲੱਗੇ ਵੀ ਪਰਚਾ ਗਲਤ ਹੈ, ਦੇਖੋ ਪਰਚਾ ਸਹੀ ਹੈ ਗਲਤ ਹੈ ਉਹ ਬਾਅਦ ਚ ਆਉਣਾ ਹੈ। ਜੇ ਤੁਹਾਨੂੰ ਲੱਗਦਾ ਗਲਤ ਹੈ ਤਾਂ ਕੈਂਸਲੇਸ਼ਨ ਵੱਲ ਮੂਵ ਕਰ ਜਾਓ। ਜੇ ਕੈਂਸਲੇਸ਼ਨ ਨਹੀਂ ਤਾਂ ਕੁਐਸਚਨ ਹਾਈ ਕੋਰਟ ਚ ਪਾ ਲਓ, ਸੁਪਰੀਮ ਕੋਰਟ ਚ ਪਾ ਲਓ, ਕੁਐਸਚਨ ਕਰਾ ਲਓ FIR ਦੀ। ਤੁਹਾਨੂੰ ਲੱਗਦਾ ਪੁਲਿਸ ਨੇ ਧੱਕਾ ਕੀਤਾ ਤਾਂ ਪ੍ਰੋਸੈਸ ਆਫ ਲਾਅ ਹੈ, ਤੁਸੀਂ ਡਾਇਰੈਕਸ਼ਨ ਸੀਕ ਕਰੋ ਪੁਲਿਸ ਦੇ ਖਿਲਾਫ, ਹਾਈ ਕੋਰਟ ਆ ਜਾਓ, ਤੁਸੀਂ ਰਿਟ ਪਾ ਲਓ। ਚਲੋ ਮੈਂ ਇੱਕ ਵਾਰ ਰੁਕ ਕਰਦਾ ਗਗਨ ਜੀ ਗੌਰਵ ਜੀ, ਸਭ ਤੋਂ ਵੱਡਾ ਜੇ ਕੋਈ ਪੰਜਾਬ ਪੁਲਿਸ ਨੂੰ ਡੀਮੋਰਲਾਈਜ਼ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ, ਉਹ ਕਾਂਗਰਸ ਪਾਰਟੀ ਹੈ ਤੇ ਅਕਾਲੀ ਦਲ ਹੈ ਤੇ BJP ਹੈ। ਬਿਕੋਜ਼ ਜੋ ਉਹਨਾਂ ਦੀ ਉਪਲਬਧੀ ਹੈ ਪੰਜਾਬ ਪੁਲਿਸ ਦੀ, ਉਸ ਉਪਲਬਧੀ ਨੂੰ ਵੀ ਨਹੀਂ ਮੰਨ ਰਹੇ। ਇਹ ਨਹੀਂ ਕਹਿ ਰਹੇ ਕਿ ਅੰਕੜੇ ਡਿਕਲਾਈਨ ਹੋਏ ਨੇ, ਸਿਚੁਏਸ਼ਨ ਬੈਟਰ ਹੋ ਰਹੀ ਹੈ, ਬੈਟਰ ਮੂਵ ਕਰ ਰਹੀ ਹੈ। ਇਹ ਕਹਿ ਰਹੇ ਇੱਕ ਦੂਜਾ ਰੋਂਗ, ਫਲਾਨਾ ਰੋਂਗ ਤੇ ਸਹੀ ਹੋ ਗਿਆ। ਇਸ ਤਰ੍ਹਾਂ ਦੀ ਗੱਲਾਂ ਨਾ ਕਰੋ, ਕੰਪੈਰੀਜ਼ਨਸ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਐਂਡ ਸੈਕੰਡਲੀ, ਕਾਂਗਰਸ ਪਾਰਟੀ ਦੇ ਵੇਲੇ ਜਿੰਨਾ ਜ਼ਿਆਦਾ ਡਿਲੇ ਹੋਇਆ FIR ਦੇ ਵਿੱਚ, ਕਿਸੇ ਪਾਰਟੀ ਦੇ ਡਿਊਰੇਸ਼ਨ ਦੇ ਵਿੱਚ ਨਹੀਂ ਹੋਇਆ। ਕਿਹੜਾ ਕੇਸ ਹੋਇਆ ਸਰ? ਜੋ ਵੀ ਇਨਸਟੈਂਸ ਹੋਇਆ, ਜੋ ਵੀ ਇਨਸਟੈਂਸ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡੇਟਾ ਦੱਸ ਰਿਹਾ ਬੜਾ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰੋਸੀਕਿਊਸ਼ਨ ਹੈ ਉਹ ਬਹੁਤ ਜ਼ਿਆਦਾ ਕੁਇਕ ਹੋ ਗਿਆ ਇਨ ਕੰਪੈਰੀਜ਼ਨ ਟੂ ਜੋ ਕਾਂਗਰਸ ਦੇ ਵੇਲੇ ਸੀਗਾ। ਨਹੀਂ ਦੇਖੋ, ਵਾਰ-ਵਾਰ ਉਹਨਾਂ ਨੇ ਫਿਰ ਅਜਨਾਲੇ ਦੇ ਉੱਤੇ ਆ ਜਾਣਾ। ਮੈਂ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਸਿੱਧਾ ਹੀ ਪੁੱਛ ਰਿਹਾ ਕਿ ਅਜਨਾਲਾ ਵਾਲਾ ਇਨਸੀਡੈਂਟ ਆਲਰੇਡੀ ਸਰ ਬਹੁਤ ਦਿਨ ਹੋ ਗਏ ਨੇ, ਕਰੀਬ 15-18 ਦਿਨ। ਤੁਹਾਡੇ ਵਿਰੋਧੀ ਫਿਰ ਗੱਲ ਉੱਥੇ ਆ ਜਾਏਗੀ ਘੁੰਮ ਕੇ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਕੁਇਕ ਐਕਸ਼ਨ ਹੋ ਰਿਹਾ ਤਾਂ ਉੱਥੇ ਕੁਇਕ ਐਕਸ਼ਨ ਦਿਖਿਆ ਨਹੀਂ। ਗੌਰਵ ਜੀ, ਸਿੱਟ ਉਹਦੇ ਉੱਤੇ ਬੈਠੀ ਹੋਈ ਹੈ, ਇਨਵੈਸਟੀਗੇਸ਼ਨ ਆਲਰੇਡੀ ਚੱਲ ਰਹੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕੋਈ ਸਬਸਟੈਂਟਿਵ ਸਾਹਮਣੇ ਆਏਗਾ, ਅਕੋਰਡਿੰਗਲੀ ਐਕਸ਼ਨ ਲੈ ਲਿਆ ਜਾਏਗਾ। ਠੀਕ ਹੈ ਗੌਰਵ ਜੀ, ਕੁਝ ਚੀਜ਼ਾਂ ਵਾਸਤੇ ਡਿਲੇ ਹੋ ਜਾਂਦਾ ਕਿਉਂਕਿ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੇ ਅਸੀਂ ਕੋਰਟ ਦੇ ਸਾਹਮਣੇ ਜਾਂਦੇ ਆ ਵਿਦਆਊਟ ਐਨੀ ਸਬਸਟੈਂਟਿਵ ਐਵੀਡੈਂਸਸ ਤਾਂ ਸਾਨੂੰ ਕੋਰਟ ਤੋਂ ਫਟਕਾਰ ਲੱਗਦੀ ਹੈ। ਇਸ ਕਰਕੇ ਨਹੀਂ ਸਮਝ ਰਹੇ ਗਗਨ ਜੀ, ਦੇਖੋ ਬਹੁਤ ਜ਼ਿਆਦਾ ਲੋਕ ਬਾਖੂਬੀ ਸਮਝਦੇ ਨੇ ਸਾਰੀਆਂ ਚੀਜ਼ਾਂ। ਮੈਂ ਇਸ ਕਰਕੇ ਕਹਿ ਰਿਹਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਟਾਈਮ ਲੱਗਦਾ ਇਹਨਾਂ ਚੀਜ਼ਾਂ ਦੇ ਵਿੱਚ। ਠੀਕ ਹੈ, ਮੈਂ ਤੁਹਾਡੀ ਗੱਲ ਸਮਝ ਰਿਹਾ। ਠੀਕ ਹੈ, ਟਾਈਮ ਲੱਗਦਾ ਪਰ ਸਰ ਦੇਖੋ ਗੱਲ ਇਹ ਹੈ ਨਾ, ਨਹੀਂ ਦੇਖੋ ਸਰ ਗੱਲ ਇਹ ਹੈ, FIR ਨਹੀਂ ਕੀਤੀ ਹੈਗੀ। ਗੱਲ ਇਹ ਹੈ ਕਿ SP ਦਾ ਸਿਰ ਪਾੜ ਦਿੱਤਾ ਹੋਵੇ ਨਾ, ਪਰਚਾ ਤਾਂ 15 ਮਿੰਟ 'ਚ ਹੋ ਜਾਂਦਾ। ਮੈਂ ਇਸ ਕਰਕੇ ਕਹਿ ਰਿਹਾ ਇਹ SP ਨੂੰ ਕਿਸੇ ਨੇ ਓਏ ਕਰਕੇ ਵੀ ਬੁਲਾਇਆ ਹੋਵੇ ਨਾ, ਐਕਸ਼ਨ ਤਾਂ ਉਸੇ ਟਾਈਮ ਹੋ ਜਾਂਦਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਜੈਬੰਸ਼ ਜੀ ਦਾ ਰੁਖ ਕਰਦਾ। ਇਹਦੇ ਵਿੱਚ ਆਲਰੇਡੀ ਸਿੱਟ ਬੈਠੀ ਹੋਈ ਹੈ, ਐਕਸ਼ਨ ਲਿਆ ਜਾਏਗਾ ਐਂਡ ਜਸਟਿਸ ਦਿੱਤਾ ਜਾਏਗਾ। ਠੀਕ ਹੈ, ਮੈਂ ਤੁਹਾਡਾ ਵਾਅਦਾ ਕਰਦਾ ਇਹਦੇ ਵਿੱਚ ਪੱਕਾ ਜਸਟਿਸ ਦਿੱਤਾ ਜਾਏਗਾ। ਲੋਕ ਚਾਹੁੰਦੇ ਨੇ ਸਰ ਕਿ ਜਿਹੜਾ ਵੀ ਉਸਦੇ ਵਿੱਚ ਕਲਪਰੇਟ ਹੈ ਉਸਦੇ ਉੱਪਰ ਐਕਸ਼ਨ ਹੋਵੇ। ਹਰੀਡ ਇਜ਼ ਜਸਟਿਸ ਬਰਿਡ। ਠੀਕ ਹੈ, ਤੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਮੈਂ ਵੀ ਉਹੀ ਬੋਲਣਾ ਸੀ। ਠੀਕ ਹੈ, ਕੋਈ ਗੱਲ ਨਹੀਂ, ਜੈਬੰਸ਼ ਜੀ ਦਾ ਇੱਕ ਵਾਰ ਰੁਕ ਕਰੋ। ਡਿਨਾਈ ਕਾਂਗਰਸ ਨੇ ਪੂਰੇ ਪੰਜਾਬ ਨਾਲ ਬਹੁਤ ਵੱਡਾ ਡਿਨਾਈ ਕਰਤਾ। ਠੀਕ ਹੈ ਜੈਬੰਸ਼ ਜੀ, ਖੋਲ ਕਰ ਰਿਹਾ। ਜੈਬੰਸ਼ ਜੀ, ਤਰਕ 'ਚ ਦਮ ਨਜ਼ਰ ਆ ਰਿਹਾ ਹੈ।
ਜੇ ਨਹੀਂ ਆ ਰਿਹਾ ਤਾਂ ਕਿਉਂ? ਦੇਖੋ ਹਰ ਚੀਜ਼ ਨੂੰ ਸਮਾਂ ਤਾਂ ਲੱਗਦਾ ਹੈ, ਗੱਲਾਂ ਨੂੰ ਸਮਝਦੇ ਹਾਂ ਆਪਾਂ, ਔਰ ਸਮਝਣਾ ਪਵੇਗਾ ਵੀ। ਉਹ ਚਾਹੇ ਤੁਸੀਂ ਪੋਲੀਟੀਕਲ ਲਾਈਨ ਤੇ ਕੋਈ ਹੋਰ ਗੱਲ ਕਰੋ, ਪਰ ਜਦੋਂ ਵੀ ਕੋਈ ਕੇਸ ਹੁੰਦੇ ਨੇ, ਘਟਨਾਕ੍ਰਮ ਹੁੰਦੇ ਨੇ, ਮੈਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਹੀ ਜ਼ਿਕਰ ਕਰ ਲਵਾਂ, ਗ੍ਰਿਫਤਾਰੀਆਂ ਹੋਈਆਂ ਨੇ, ਉਸ ਮਾਮਲੇ 'ਚ ਜਾਂਚ ਅੱਗੇ ਵਧੀ ਹੈ, ਪਰ ਕੇਸ ਜੇ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਮਰਜ਼ੀ ਕੇਸ ਕੱਢ ਕੇ ਦੇਖ ਲਓ, ਕੋਈ ਅਜਿਹਾ ਨਹੀਂ ਸੀ ਜਿਸ ਦੇ ਵਿੱਚ 3 ਮਹੀਨੇ 'ਚ ਕੋਈ ਫੈਸਲਾ ਆ ਗਿਆ ਜਾਂ 6 ਮਹੀਨੇ 'ਚ ਕਨਕਲੂਡ ਕਰਤਾ। ਬਹੁਤ ਕੋਈ ਹੀ ਐਸਾ ਕੇਸ ਹੋਏਗਾ। ਥੈਂਕ ਯੂ ਜੀ। ਮੈਂ ਤੇ ਫਿਰ ਤੋਂ ਗੌਰਵ ਜੀ ਸੌਰੀ, ਮੈਂ ਉਹ ਕੁਐਸਚਨ ਤੇ ਮੇਰਾ ਫਿਰ ਉਹੀ ਕੁਐਸਚਨ ਆ ਜਾਂਦਾ ਹੈ, ਕਿਉਂਕਿ ਮੈਂ ਮੈਕਰੋ ਲੈਵਲ ਦੇ ਉੱਤੇ ਅੱਜ ਡਿਬੇਟ ਕਰ ਰਿਹਾ ਕਿ ਅਪਹੋਲਡਿੰਗ ਆਫ ਕਨਸਟੀਟਿਊਸ਼ਨ ਨੋਰਮਸ ਦਾ ਜਵਾਬ ਨਹੀਂ ਦਿੱਤਾ ਮੈਨੂੰ ਗਗਨ ਜੀ ਨੇ। ਗਨਮੈਨ ਕਿੱਥੋਂ ਆਏ, ਕੰਗਰੀਗੇਸ਼ਨ ਕਿਉਂ ਕੀਤੀ, ਫੰਡਿੰਗ ਕਿੱਥੋਂ ਆ ਰਹੀ ਹੈ, ਸੋਸ਼ਲ ਮੀਡੀਆ ਯੂਜ਼ ਆਫ ਲੈਂਗੁਏਜ ਕਾਹਦੇ ਵਾਸਤੇ ਹੋ ਰਿਹਾ ਹੈ, ਕੋਈ ਜਵਾਬ ਨਹੀਂ ਦਿੱਤਾ। ਗਗਨ ਜੀ ਇਹਨਾਂ ਡਿਨਾਇਲ ਮੋਡ ਮੈਨੂੰ ਤੇ ਮਤਲਬ ਅਗਰ ਫਿਰ ਇਹ ਪਤਾ ਨਹੀਂ ਜੈਬਾਨ ਜੀ ਨਹੀਂ ਵਿੱਚ ਬੋਲਦੇ ਹੈਗੇ, ਆਪਾਂ ਥੋੜਾ ਜਿਹਾ ਹਾਂਜੀ ਵੱਡੇ ਨੇ ਆਪਣੇ ਪਰ। ਅੱਛਾ, ਹੁਣ ਮੈਂ ਤੁਹਾਨੂੰ ਇਹਦੇ ਉੱਤੇ ਦੂਸਰੀ ਗੱਲ ਕਹਿਣਾ। ਤੁਸੀਂ ਜਦੋਂ ਕਸ਼ਮੀਰ ਦੇ ਵਿੱਚ ਇੱਕ ਟਾਈਮ ਬੁਰਹਾਨ ਮਾਨੀ ਦੇ ਨਾਲ 25 ਗਨਮੈਨ ਦੀ ਇੱਕ ਫੋਟੋ ਆਈ ਸੀਗੀ, ਅਲਟੀਮੇਟਲੀ ਉਹ ਬੁਰਹਾਨ ਮਾਨੀ ਵੀ ਮਰ ਗਿਆ, 25 ਦੇ 25 ਮਰ ਗਏ। ਅੱਜ ਦੇ ਦਿਨ ਮੈਨੂੰ ਇਹ ਦੱਸੋ ਕਿ ਅੰਮ੍ਰਿਤਪਾਲ ਦੇ ਨਾਲ ਜਿਹੜੇ ਏਡੇ ਵੱਡੇ ਆਟੋਮੈਟਿਕ ਵੈਪਨਸ ਲੈ ਕੇ ਚੱਲ ਰਹੇ ਨੇ, ਕਿ ਇਹ ਰੀਜਨਲ ਏਰੀਆਜ਼ ਦੇ ਵਿੱਚ ਐਸਾ ਕੋਈ ਬੰਦਾ ਹੈ ਹਰਿਆਣਾ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਜਾਂ ਇਵਨ ਇਨ JNK ਜੋ ਕਿ ਇਸ ਤਰੀਕੇ ਨਾਲ ਸ਼ਰੇਆਮ ਚੱਲ ਸਕਦਾ ਹੈ? Tell him to answer this. ਤੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਚਲੋ ਇੱਕ ਵਾਰੀ ਕੰਪੇਅਰ ਕਰਾਂਗੇ, ਠੀਕ ਹੈ। ਮੈਂ ਜੈਬਾਨ ਜੀ ਤੁਹਾਡੇ ਕੋਲ ਆਣਾ, ਮੈਂ ਸਪੈਸਿਫਿਕ ਕੁਐਸਚਨ ਦਾ ਛੋਟਾ ਜਿਹਾ ਜਵਾਬ ਲੈਣਾ। ਗਗਨ ਜੀ ਦੇਖੋ ਵੈਲਿਡ ਪੁਆਇੰਟ ਹੈ, ਕਹਿੰਦੇ ਤੁਸੀਂ ਰੀਜਨਲ ਕੰਪੈਰੀਜ਼ਨ ਕਰਨਾ ਨਾ ਕਰੋ ਹਿਮਾਚਲ JNK ਜਾਂ ਐਸੀਆਂ ਥਾਵਾਂ ਦੇ ਉੱਤੇ। ਕੀ ਅਜਿਹੀ ਕੋਈ ਪਿਕਚਰ ਨਜ਼ਰ ਆਉਂਦੀ ਹੈ, ਕੋਈ ਅਜਿਹਾ ਸ਼ਖਸ ਨਜ਼ਰ ਆਉਂਦਾ ਹੈ ਕਿ ਉਹ ਇੰਨੇ ਜ਼ਿਆਦਾ ਉਹਦੇ ਆਲੇ ਦੁਆਲੇ ਹਥਿਆਰਾਂ ਦੇ ਨਾਲ ਲੈਸ ਲੋਕ ਹੋਣ, ਉਹ ਚੱਲਦਾ ਹੋਵੇ? ਗੌਰਵ ਜੀ ਵੈਪਨਸ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿਹੜੇ ਵੈਪਨਸ ਨੇ ਉਹ ਲੀਗਲ ਨੇ, ਉਹ ਦੇਖੇ ਜਾਣਗੇ ਕਿ ਸਿਕਿਉਰਿਟੀ ਥ੍ਰੈਟ ਹੈ ਕਿ ਨਹੀਂ ਹੈ। ਇੰਨੇ ਲੀਗਲ ਵੈਪਨਸ ਲੈ ਕੇ ਲੋਕੀ ਨਾਲ ਚੱਲਣੇ ਜ਼ਰੂਰੀ ਆਵੇ ਕਿ ਨਹੀਂ ਜ਼ਰੂਰੀ ਹੈਗੇ। ਆਲਰੇਡੀ ਡਾਇਰੈਕਸ਼ਨਸ ਦੇ ਦਿੱਤੀਆਂ ਗਈਆਂ ਨੇ ਐਡਮਿਨਿਸਟ੍ਰੇਸ਼ਨ ਨੂੰ, ਉਹਦਾ ਰਿਵਿਊ ਕੀਤਾ ਜਾ ਰਿਹਾ ਕਿ ਇੰਨੇ ਲੀਗਲ ਵੈਪਨ ਦੀ ਲੋੜ ਹੈਗੀ ਵੀ ਆ ਕਿ ਨਹੀਂ ਹੈਗੀ। ਠੀਕ ਹੈ, ਉਹ ਅੰਕੜੇ ਸਾਡੇ ਕੋਲ ਆਏ ਆ। ਜੈਬਾਨ ਜੀ ਗਗਨ ਜੀ ਦੇਖੋ, ਲੀਗਲ ਵੈਪਨਸ ਨੇ, ਤੁਸੀਂ ਉਹ ਵੈਪਨਸ ਦਾ ਲਾਇਸੈਂਸ ਜਿਹੜਾ 1 ਮਿੰਟ ਦੇ ਵਿੱਚ ਰਿਵੋਕ ਕਰ ਸਕਦੇ ਹੋ, ਤੁਸੀਂ ਉਹ ਨਹੀਂ ਕਰ ਰਹੇ ਹੋ। ਯੂ ਆਰ ਅਲਾਉਇੰਗ ਦਾ ਮੈਟਰ ਟੂ ਫੈਸਟਰ, ਤੁਸੀਂ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਲੈ ਰਹੇ, ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਰਹੀਆਂ ਨੇ। ਪਲੀਜ਼ ਹੋਲਡ ਕਰੋ, ਇੱਕ ਕਰਕੇ ਰੱਖ ਲਓ, ਗੱਲ ਵਧੀਆ ਸਮਝ ਆਏਗੀ। ਤੁਸੀਂ ਮੈਂ ਦੇਖੋ ਤੁਹਾਨੂੰ ਬਿਲਕੁਲ ਪੂਰਾ ਹਰ ਪੁਆਇੰਟ ਤੇ ਤੁਹਾਡੇ ਕੋਲ ਆ ਰਹੇ ਗਗਨ ਜੀ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਜੈਬਾਨ ਜੀ ਕੰਪਲੀਟ ਕਰ ਲਓ ਸਰ ਤੁਸੀਂ। ਗੌਰਵ ਜੀ ਲਾਇਸੈਂਸ ਕਰਾਓ ਕਿਵੇਂ ਮਿਲਦੇ ਆ, ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਨਾਲ। ਤੁਸੀਂ ਸੈਂਟਰ ਦੇ ਨਾਲ ਮਿਲ ਕੇ ਵਾਈ ਆਰ ਯੂ ਨਾਟ ਫਾਈਂਡਿੰਗ ਅ ਵੇ ਟੂ ਸਟਾਪ देयर ਸੋਸ਼ਲ ਮੀਡੀਆ ਪ੍ਰੈਜ਼ੈਂਸ? ਤੇ ਦੂਸਰੀ ਗੱਲ ਹੈ, ਤੁਹਾਡੀ ਥਿੰਕ ਟੈਂਕ ਕਿੱਥੇ ਹੈ ਗੌਰਵ ਜੀ? ਤੁਸੀਂ ਤੇ ਫੌਜੀ ਹੈਗੇ ਹੋ, ਕਿਹੜਾ ਬੰਦਾ ਹੈ ਜਿਹੜਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਗਾਈਡ ਕਰਦਾ ਹੈ, ਕੌਣ ਕਰਦਾ ਹੈ? ਤੇ ਉਹ ਸਾਹਮਣੇ ਕਿਉਂ ਨਹੀਂ ਆਉਂਦਾ? ਉਹ ਦੂਸਰੀ ਥਿੰਕ ਟੈਂਕਸ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦਾ? ਤੇ ਕੋਈ ਅਸੀਂ ਰਲ ਮਿਲ ਕੇ ਇਹਦੀ ਸੋਲੂਸ਼ਨ ਕਿਉਂ ਨਹੀਂ ਢੂੰਡਦੇ? ਇਨਸਰਜੈਂਸੀ ਏਰੀਆਜ਼ ਦੇ ਵਿੱਚ ਹਮੇਸ਼ਾ ਗਵਰਨਮੈਂਟ ਦੇ ਕੋਲ ਥਿੰਕ ਟੈਂਕਸ ਹੁੰਦੀਆਂ ਨੇ ਜੋ ਕਿ ਟਰੈਕ ਟੂ ਡਿਪਲੋਮੇਸੀ ਕਰਦੀਆਂ ਨੇ। ਇਹ ਐਡੇ ਈਗੋਇਸਟਿਕ ਨੇ ਕਿ ਇਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ। ਇਹਨਾਂ ਦੇ ਕੋਲ ਬਥੇਰੇ ਅਫਸਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੂੰ ਐਡਾ ਜ਼ਿਆਦਾ ਸਮਰਥਨ ਦਿੱਤਾ ਸੀਗਾ, ਉਹਨਾਂ ਵਿੱਚੋਂ ਇੱਕ ਨੂੰ ਵੀ ਇਹਨਾਂ ਨੇ ਸਿਕਿਉਰਿਟੀ ਦਾ ਐਡਵਾਈਜ਼ਰ ਨਹੀਂ ਲਗਾਇਆ। ਬੇਸ਼ੱਕ ਉਹ ਜਨਰਲ ਹੋਏ ਜਾਂ ਉਹ ਬ੍ਰਿਗੇਡੀਅਰ ਹੋਏ ਜਾਂ ਕੁਝ ਵੀ ਹੋਏ, ਇਹਨਾਂ ਨੇ ਉਹ ਚੀਜ਼ ਜਿਹੜੀ ਹੈ ਉਹ ਜ਼ਰੂਰੀ ਹੀ ਨਹੀਂ ਸਮਝੀ। ਤੇ ਦੂਸਰਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਫੋਰਸ ਇਜ਼ ਦਾ ਲਾਸਟ ਰਿਸੋਰਟ, ਤੇ ਇਹਨਾਂ ਨੇ ਇਨਵੋਲਵਮੈਂਟ ਆਫ ਸਿਵਲ ਸੁਸਾਇਟੀ, ਰਿਲੀਜੀਅਸ ਲੀਡਰਸ, ਟੀਚਰਸ, ਰੋਲ ਮਾਡਲਸ ਤੇ ਇੰਟੈਲੀਜੈਂਸੀਆ ਐਂਡ ਪੋਲੀਟੀਸ਼ੀਅਨਸ ਨੂੰ ਆਪਣੇ ਨਾਲ ਮਿਲਾ ਕੇ ਵਿਨਿੰਗ ਹਾਰਟਸ ਐਂਡ ਮਾਈਂਡਸ ਕਿਉਂ ਨਹੀਂ ਕੀਤਾ? ਕਿਉਂਕਿ ਮੈਂ ਸਮਝਦਾ ਕਿ ਅੰਮ੍ਰਿਤਪਾਲ ਦੇ ਜੈਸੇ ਬੰਦੇ ਨੇ ਉਹ ਮਿਸਗਾਈਡਡ ਹੁੰਦੇ ਨੇ, ਉਹਨਾਂ ਨੂੰ ਵਾਪਸ ਸੁਸਾਇਟੀ ਦੇ ਵਿੱਚ ਲੈ ਕੇ ਆਣਾ ਸੁਸਾਇਟੀ ਦਾ ਹੀ ਰਿਸਪੌਂਸਿਬਿਲਟੀ ਹੁੰਦੀ ਹੈ। ਬਹੁਤ ਜ਼ਿਆਦਾ ਆ ਜਾਂਦੇ ਨੇ, ਇਹਨਾਂ ਨੇ ਕੋਈ ਐਸਾ ਇਨੀਸ਼ੀਏਟਿਵ ਨਹੀਂ ਲਿਆ। ਇੱਥੇ ਆਉਂਦੇ ਨੇ ਤੇ ਡਿਬੇਟ ਦੇ ਵਿੱਚ ਬਹਿ ਜਾਂਦੇ ਨੇ ਤੇ ਪੁਰਾਣੇ ਆંકੜੇ ਬੋਲਣੇ ਸ਼ੁਰੂ ਕਰ ਦਿੰਦੇ ਨੇ। ਇਟ ਇਜ਼ ਵੈਰੀ ਅਪਸੈਟਿੰਗ। ਗੌਰਵ ਜੀ ਦੱਸ ਰਿਹਾ, ਗਗਨ ਜੀ ਥੋੜੇ ਵੇਟ ਕਰਿਓ ਸਰ, ਇੱਕ ਵਾਰੀ ਕਲੇਰ ਸਾਹਿਬ ਕੁਝ ਵਿੱਚ ਐਡ ਕਰਨਾ ਚਾਹ ਰਹੇ हैं। ਦੇਖੋ ਗਗਨ ਜੀ ਨੂੰ ਮੈਂ ਯਾਦ ਕਰਾ ਦਿਆਂ ਕਿ ਉਹੀ ਸਰਕਾਰ ਹੈ ਜਿਹਦੇ DGP ਨੇ ਕਿਹਾ ਸੀ ਕਿ ਜੇ ਕੋਈ ਆਪਣਾ ਲਾਇਸੈਂਸੀ ਹਥਿਆਰ ਬ੍ਰੈਂਡਿਸ਼ ਵੀ ਕਰੂਗਾ ਉਹ ਤੇ ਪਰਚਾ ਦਰਜ ਕਰਾਂਗੇ, ਔਰ 10-10 ਸਾਲ ਦੇ ਛੋਟੇ ਬੱਚਿਆਂ ਤੇ ਇਹ ਸਰਕਾਰ ਨੇ ਪਰਚਾ ਦਰਜ ਕੀਤਾ। ਗਗਨ ਜੀ ਉਹਦੇ ਬਾਰੇ ਕੀ ਜਵਾਬ ਹੈ? ਹੁਣ ਗੱਲ ਰਹੀ ਅੰਮ੍ਰਿਤਪਾਲ ਦੀ ਤੇ ਜਨਾਲੇ ਇੰਸੀਡੈਂਟ ਦੀ, ਉਹ ਕੋਈ ਸਪਾਰ ਆਫ ਦਾ ਮੂਵਮੈਂਟ ਇੰਸੀਡੈਂਟ ਨਹੀਂ। ਉਹ ਬੰਦਾ 4 ਦਿਨ ਤੋਂ ਤੁਹਾਡੀ ਸਰਕਾਰ ਨੂੰ ਚੈਲੰਜ ਕਰਦਾ 70 ਕਿਲੋਮੀਟਰ ਦਾ ਡਿਸਟੈਂਸ ਉਹਨੇ ਬਾਏ ਰੋਡ ਕਵਰ ਕੀਤਾ, ਜਿੱਥੇ ਤੁਹਾਡੀਆਂ 10 ਪੁਲਿਸ ਚੌਂਕੀਆਂ ਪਈਆਂ। ਉਹ ਬੰਦਾ 70 ਕਿਲੋਮੀਟਰ ਜਾ ਕੇ 10 ਪੁਲਿਸ ਚੌਂਕੀਆਂ ਕ੍ਰਾਸ ਕਰਕੇ ਤੁਹਾਡੇ ਪੁਲਿਸ ਵਾਲਿਆਂ ਦੇ ਸਿਰ ਪਾੜ ਕੇ ਥਾਣਿਆਂ ਤੇ ਕਬਜ਼ਾ ਕਰਕੇ ਵਾਪਸ ਆ ਗਿਆ। ਤੇ ਤੁਸੀਂ ਕਹਿੰਦੇ ਹੋ ਅਸੀਂ SIT ਬਣਾਤੀ। ਜਿੱਦਣ ਤੁਹਾਡੇ DGP ਸਾਹਿਬ ਨੇ SIT ਬਣਾਉਣ ਦਾ ਬਿਆਨ ਦਿੱਤਾ ਸੀ ਨਾ, ਉਸ ਤੋਂ 15 ਮਿੰਟ ਬਾਅਦ
ਉਹ ਅੰਮ੍ਰਿਤਪਾਲ ਨੇ ਬਿਆਨ ਦਿੱਤਾ ਸੀ ਕਿ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਅਗਰ ਕੋਈ ਪਰਚਾ ਦਰਜ ਹੋਇਆ ਫਿਰ ਦੱਸਾਂਗੇ। ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਦੀ ਐਡੀ ਕਿਹੜੀ ਮਜਬੂਰੀ ਹੈ ਜਿਹੜੀ ਸਰਕਾਰ ਆਪ ਵੀ ਗੋਡਿਆਂ ਭਾਰ ਹੋਈ ਹੈ ਤੇ ਆਪਣੀ ਪੁਲਿਸ ਵੀ ਸਾਰੀ ਗੋਡਿਆਂ ਭਾਰ ਕੀਤੀ ਹੈ। ਤੇ ਦੂਸਰੀ ਗੱਲ, ਤੁਸੀਂ ਫਿਰ ਇਸ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ ਅਗਰ ਸਿੱਧੂ ਮੂਸੇਵਾਲੇ ਦਾ ਪੰਜਾਬ ਦੇ ਵਿੱਚ ਕਤਲ ਹੋਇਆ ਹੈ, ਸਿੱਧੂ ਮੂਸੇਵਾਲੇ ਜਿਹੜੇ ਕਾਤਲ ਮੁੱਖ ਮੰਤਰੀ ਦੇ ਦਫ਼ਤਰ 'ਚ ਬੈਠੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜਿਹੜੇ ਅਫਸਰਾਂ ਨੇ ਘਟਾਈ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਤੇ ਅੱਜ ਤੁਹਾਡੇ ਮੰਤਰੀ ਨੇ ਜੀਬੋ ਗਰੀਬ ਬਿਆਨ ਦਿੱਤਾ, ਉਹ ਕਹਿੰਦੇ ਜੀ ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਗਿਆ, 2 ਗਨਮੈਨ ਸੀ। ਪਹਿਲਾਂ ਸਰਕਾਰ ਇਹੀ ਕਲੀਅਰ ਕਰਦੇ ਵੀ ਬੁਲਟ ਪ੍ਰੂਫ ਗੱਡੀ ਸਰਕਾਰ ਨੇ ਦਿੱਤੀ ਸੀ। ਠੀਕ ਹੈ, ਉਹਨਾਂ ਦੀ ਆਪਣੀ ਜਵਾਬ ਲੈ ਲਈ। ਮੇਰੇ ਕੋਲ ਸਮਾਂ ਬਹੁਤ ਪੂਰਾ ਮੈਂ ਤੁਹਾਡੇ ਕੋਲ ਆ ਰਿਹਾ 30 ਸੈਕਿੰਡ 2 ਮਿੰਟ ਪਲੀਜ਼। ਔਰ ਗੋਲਡੀ ਬਰਾੜ ਤੇ ਸਥਿਤੀ ਸਪਸ਼ਟ ਕਰ ਮੁੱਖ ਮੰਤਰੀ ਨੇ ਝੂਠ ਕਿਉਂ ਬੋਲਿਆ? ਗਗਨ ਜੀ ਬਹੁਤ ਛੋਟਾ ਸਟੇਟਮੈਂਟ ਰੱਖਿਓ ਸਰ, ਬਹੁਤ ਲਿਮਿਟਡ ਸਮਾਂ। ਇੱਕ ਮਿੰਟ ਦਿਓ ਜੀ, ਬਹੁਤ ਜ਼ਰੂਰੀ ਹੈ। ਬਹੁਤ ਵੱਡੇ ਇਲਜ਼ਾਮ ਲਾ ਰਹੇ ਨੇ ਇਹ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਕਿਸੇ ਦੀ ਸਿਕਿਉਰਿਟੀ ਵਿਡਰਾਅ ਕਰਦੀ ਹੈ, ਕੇਂਦਰ ਸਰਕਾਰ ਵੀ ਕਰਦੀ ਹੈ ਨਾ, ਤਾਂ ਕੇਂਦਰ ਸਰਕਾਰ ਵੀ ਪਬਲਿਕ ਕਰ ਦਿੰਦੀ ਹੈ। ਨੋ ਇਹ ਝੂਠ ਬੋਲ ਰਹੇ ਨੇ। ਇਹ ਹੁਣ ਗਗਨ ਜੀ ਨੂੰ ਸ਼ਾਇਦ ਪਤਾ ਹੀ ਨਹੀਂ, ਇਹ ਬਿਲਕੁਲ ਹੀ ਲੇਮੈਨ ਨੇ, ਇਹਨਾਂ ਨੂੰ ਫਿਰ ਪਤਾ ਹੀ ਨਹੀਂ ਪ੍ਰੋਸੀਜਰ ਦਾ। ਉਹ ਸੀਕ੍ਰੇਟ ਡਾਕੂਮੈਂਟ ਹੁੰਦਾ ਸਰਕਾਰ ਦਾ। ਗਗਨ ਜੀ ਝੂਠ ਨਾ ਬੋਲੋ, ਉਹ ਕਦੇ ਪਬਲਿਸ਼ ਨਹੀਂ ਹੁੰਦਾ। ਇਹ ਤੁਹਾਡੀ ਸਰਕਾਰ ਹੀ ਹੈ ਜਿਹੜੀ ਕਰੋੜਾਂ ਰੁਪਏ ਦਾ ਇਸ਼ਤਿਹਾਰ ਲਾਉਂਦੀ ਹੈ ਤੇ ਹਾਈ ਕੋਰਟ ਜਾ ਕੇ ਮੁੱਕਰ ਜਾਂਦੀ ਹੈ। ਇੱਕ ਕਰਕੇ ਗਗਨ ਜੀ ਛੋਟੀ ਸਟੇਟਮੈਂਟ ਦਵੋ। ਇੱਕ ਸੈਕਿੰਡ ਸਰ, ਇੱਕ ਸੈਕਿੰਡ ਗਗਨ ਜੀ ਕੰਪਲੀਟ ਕਰੋ, ਬਹੁਤ ਘੱਟ ਸਮੇਂ ਦੇ ਵਿੱਚ ਸਰ, 20 ਸੈਕਿੰਡ। ਨਹੀਂ ਉਹ ਕੰਪਲੀਟ ਨਹੀਂ ਕਰ ਸਕਦੇ ਇਸ ਗੱਲ ਨੂੰ, ਉਹਨਾਂ ਨੂੰ ਆਪਣੇ ਬਲੌਕ ਵਾਪਸ ਲੈ ਮੈਂ ਜੈਬਾਜ ਜੀ ਆ ਰਹੇ ਸਰ, ਤੁਹਾਡੇ ਕੋਲ ਆ ਰਹੇ, ਮੈਂ ਥੋੜਾ ਜਿਹਾ ਸਮਾਂ ਦਿਓ ਮੈਨੂੰ, ਇੱਕ ਵਾਰੀ ਗਗਨ ਜੀ ਨੂੰ ਕੰਪਲੀਟ ਕਰ ਲੈਣ ਦਿਓ। ਮੈਂ ਤੁਹਾਡੇ ਕੋਲ ਆ ਰਿਹਾ ਸਰ, ਫਾਈਨਲ ਕਮੈਂਟ ਲਈ ਆਉਂਗਾ, ਬੇਫਿਕਰ ਹੋ ਗਗਨ ਜੀ। ਗੌਰਵ ਜੀ, ਸਾਰੀਆਂ ਸਰਕਾਰਾਂ ਪਬਲਿਕ ਕਰਦੀਆਂ ਨੇ। ਯੂਪੀ ਦੀ ਸਰਕਾਰ ਨੇ ਰਾਹੁਲ ਗਾਂਧੀ ਦੀ, ਸੋਨੀਆ ਗਾਂਧੀ ਦੀ, ਪ੍ਰਿयंका ਗਾਂਧੀ ਦੀ ਸਿਕਿਉਰਿਟੀ ਵਿਡਰਾਅ ਕੀਤੀ, ਉਹਨਾਂ ਨੇ ਵੀ ਦੱਸਿਆ। ਹੋਮ ਮਿਨਿਸਟਰ ਨੇ। ਠੀਕ ਹੈ, ਮਤਲਬ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਦਾ, ਜਦੋਂ ਉਹਨਾਂ ਦੇ ਐਨਐਸਜੀ ਗਾਰਡ ਹਟਾਏ ਗਏ ਆ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ ਤਾਂ ਪਬਲਿਕ ਆਇਆ ਕਿ ਐਨਐਸਜੀ ਗਾਰਡ ਹਟਾ ਦਿੱਤੇ ਗਏ। ਗੌਰਵ ਜੀ, ਕੀ ਇਹ ਜਾਣਕਾਰੀ ਆਰਟੀਆਈ ਦੇ ਅੰਡਰ ਨਹੀਂ ਮਿਲ ਸਕਦੀ? ਕਿੰਨੀ ਸਿਕਿਉਰਿਟੀ ਵਿਡਰਾਅ ਹੋਈ ਹੈ ਤੁਸੀਂ ਮੈਨੂੰ ਦੱਸੋ। ਜਿਹੜੀ ਦੀ ਸੁਰੱਖਿਆ ਦੇ ਨਾਲ ਜੁੜੀ ਜਾਣਕਾਰੀ ਆਰਟੀਆਈ ਦੇ ਜ਼ਰੀਏ ਮਿਲ ਜਾਏਗੀ? ਨਹੀਂ ਮਿਲਦੀ, ਇਹਨਾਂ ਨੂੰ ਫਿਰ ਪਤਾ ਹੀ ਨਹੀਂ ਗਗਨ ਜੀ। ਚਲੋ ਠੀਕ ਹੈ, ਥੋੜਾ ਵੇਟ ਕਰਿਓ, ਥੋੜਾ ਮੈਂ ਇੱਕ ਸ਼ਬਦ ਦਾ ਰਿਐਕਸ਼ਨ ਲੈਣਾ, ਮੇਰੇ ਕੋਲ ਸਮਾਂ ਬਹੁਤ ਪੂਰਾ। ਖੜਿਆਲ ਸਾਹਿਬ ਮੈਂ ਤੁਹਾਡੇ ਕੋਲ ਆਉਂਗਾ, ਪਰ ਜੈਬਾਂਸ਼ ਜੀ ਕੁਝ ਕਹਿਣਾ ਚਾਹ ਰਹੇ ਨੇ ਖਾਸ ਤੌਰ ਤੇ ਸਿਕਿਉਰਿਟੀ ਨੂੰ ਲੈ ਕੇ। ਜੈਬਾਂਸ਼ ਜੀ ਦੇਖੋ, ਇਹ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਜਿਹੜੀ ਸਿਕਿਉਰਿਟੀ ਕਰਦੀ ਹੈ, ਜਿਨ੍ਹਾਂ ਨੂੰ ਸੀਆਰਪੀਐਫ ਦੀ ਸਿਕਿਉਰਿਟੀ ਦਿੱਤੀ ਹੁੰਦੀ ਹੈ ਜਾਂ ਸੈਂਟਰਲ ਏਜੰਸੀਜ਼ ਦੀ ਦਿੱਤੀ ਹੁੰਦੀ ਹੈ, ਉਹ ਕਰਦੇ ਨੇ। ਸਿੱਧੂ ਮੂਸੇਵਾਲ ਦੇ ਕੋਲ ਸਟੇਟ ਦੀ ਸਿਕਿਉਰਿਟੀ ਸੀਗੀ, ਉਹਦੇ ਚ ਸੈਂਟਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਤੇ ਬਾਕੀ ਜਿਹੜੀ ਐਨਐਸਜੀ ਦੀ ਸਿਕਿਉਰਿਟੀ ਰਾਹੁਲ ਗਾਂਧੀ, ਪ੍ਰਿयंका ਗਾਂਧੀ ਦੀ ਡਾਊਨ ਕੀਤੀ ਸੀਗੀ, ਉਹਨਾਂ ਨੂੰ ਦੂਸਰੀ ਸਿਕਿਉਰਿਟੀ ਇਕੁਅਲ ਲੈਵਲ ਦੀ ਦੇਤੀ ਸੀਗੀ। ਥੋੜੀ ਵੇਟ ਕਰੋ ਸਰ, ਬੇਫਿਕਰ ਰਹੋ, ਥੋੜਾ ਟਾਈਮ ਦੇ ਰਹੇ ਬਹੁਤ ਸਾਰਿਆਂ ਨੂੰ। ਗੱਲ ਨਹੀਂ ਸਮਝ ਆ ਰਹੀ, ਇਹ ਮਿਸ ਇਨਫੋਰਮੇਸ਼ਨ ਨਾ ਕਰਨ, ਇਹ ਠੀਕ ਨਹੀਂ ਹੁੰਦੀ ਹੈ। ਫਸੇ ਹੋਏ ਨੇ ਜੀ, ਥੋੜੇ ਵੇਟ ਕਰਨਾ ਪਏਗਾ, ਤੁਹਾਨੂੰ ਗੱਲ ਨਹੀਂ ਸਮਝ ਆਏਗੀ। ਹਾਂ ਸਰ, ਤੁਸੀਂ ਡਿਸ ਇਨਫੋਰਮੇਸ਼ਨ ਫੈਲਾ ਰਹੇ ਹੋ, ਬੜੀ ਗਲਤ ਗੱਲ ਹੈ। ਠੀਕ ਹੈ, ਮੈਂ ਹੋਰ ਕਲੀਅਰ ਕਰ ਦੇਣਾ। ਇੱਕ ਸੈਕਿੰਡ ਗਗਨ ਜੀ, ਇੱਕ ਸੈਕਿੰਡ। ਜੈਵੰਸ਼ ਜੀ, ਉਹਨਾਂ ਦਾ ਤਰਕ ਇਹ ਹੈ ਕਿ ਜਦੋਂ ਕੋਈ ਸੈਂਟਰ ਦੀ ਸਿਕਿਉਰਿਟੀ, ਸੈਂਟਰ ਵੱਲੋਂ ਕਿਸੇ ਦੀ ਸਿਕਿਉਰਿਟੀ ਘਟਾਈ ਜਾਂਦੀ ਹੈ, ਵਿਡਰਾਅ ਕੀਤੀ ਜਾਂਦੀ ਹੈ, ਤਾਂ ਉਹ ਵੀ ਪਬਲਿਕ ਕਰ ਦਿੱਤੀ ਜਾਂਦੀ ਹੈ। ਉਹ ਮੂਸੇਵਾਲਾ ਕੇਸ ਦਾ ਜ਼ਿਕਰ ਨਹੀਂ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਜਦੋਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਸਿਕਿਉਰਿਟੀ ਘਟਾਈ ਗਈ ਤਾਂ ਪਬਲਿਕ ਕਿੱਤਾ ਗਿਆ। ਗੌਰਵ ਜੀ, ਕੋਈ ਅਲੱਗ ਲਾਅ ਹੈ ਹੀ ਨਹੀਂ ਗਏ, ਕੋਈ ਅਲੱਗ ਲਾਅ ਨਹੀਂ ਹੈ ਕਿ ਥੋੜਾ ਜਿਹਾ ਮੈਂ ਉਹੀ ਕਹਿ ਰਿਹਾ, ਥੋੜਾ ਇੱਕ ਵਾਰੀ ਸਮਾਂ। ਔਰ ਨਿਊਜ਼ ਚੱਲਦੀਆਂ ਨੇ ਸੋਰਸਸ ਨਾਲ, ਗਵਰਨਮੈਂਟ ਕਦੇ ਅਫੀਸ਼ੀਅਲ ਪਲੇਟਫਾਰਮ ਨਹੀਂ ਹੈਗੀ, ਬਿਕੋਜ਼ ਇਹ ਸੀਕ੍ਰੇਟ ਡਾਕੂਮੈਂਟ ਆਂਦਾ ਕਿ ਸਰਕਾਰ ਨੂੰ ਇੱਕ ਸੈਕਿੰਡ ਆਪਾਂ ਸਾਰੇ ਬੋਲਾਂਗੇ, ਇੱਕ ਸੈਕਿੰਡ ਸਾਰੇ ਆਪਾਂ ਬੋਲਾਂਗੇ, ਨਹੀਂ ਗੱਲ ਸਮਝ ਆਈ। ਕਰਦੇ ਵਾਵਾ ਨਹੀਂ ਕਰਦੇ ਆਪਣੀ, ਕੀ ਦੇਖੋ ਅਸੀਂ ਇਹ ਸਭ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਨਹੀਂ ਪਬਲਿਕ ਨਹੀਂ ਕਰਦੇ ਹੈਗੇ, ਚਲੋ ਠੀਕ ਹੈ। ਮੈਂ ਬਹੁਤ ਘੱਟ ਹੈ ਸਰ, ਮੈਂ ਵਾਈਂਡ ਅਪ ਕਰਨਾ, ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਤੁਸੀਂ ਜਵਾਬ ਕੁਝ ਦੇਣਾ ਚਾਹ ਰਹੇ ਹੋ, ਪਰ ਇਸ ਵਿਚਾਲੇ ਇੱਕ ਇਲਜ਼ਾਮ ਇਹ ਵੀ ਹੈ ਕਿ ਪੁਸ਼ਤ ਪਨਾਹੀ ਗੈਂਗਸਟਰਾਂ ਦੀ ਤੁਹਾਡੇ ਸਮੇਂ ਦੇ ਉੱਤੇ ਹੁੰਦੀ ਰਹੀ, ਇਲਜ਼ਾਮ ਲੱਗਦੇ ਰਹੇ। ਇਹ ਮੀਥਿਆ ਰੇਡੀ ਅੱਜ ਸਦਨ ਦੇ ਅੰਦਰ ਬੋਲੇ ਨੇ, ਸ਼ਾਇਦ ਤੁਸੀਂ ਸੁਣਿਆ ਹੋਵੇਗਾ। ਮੇਰਾ ਹੁਣ ਜਵਾਬ ਲਓ ਗੌਰਵ ਜੀ। ਆਮ ਆਦਮੀ ਪਾਰਟੀ ਕਹਿ ਰਹੀ ਹੈ ਜਿਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ, ਜਿਹਦੇ ਸ਼ਬਦਾਂ 'ਚ ਕੋਈ ਫੇਥ ਰਹੇ ਨਹੀਂ, ਬਚੇ ਨਹੀਂ, ਇਹਦਾ ਇਹ ਗੱਲ ਕਹਿ ਰਹੇ ਆ ਜੀ ਵੀ ਦੇਖੋ ਅਸੀਂ ਇਨਵੈਸਟੀਗੇਟ, ਤੁਸੀਂ ਇਹ ਦੇਖੋ ਝੂਠ ਵੀ ਕਿਹੜਾ ਮਾਰਦੇ ਆ। ਮੈਂ ਤੁਹਾਨੂੰ ਪ੍ਰੂਵ ਕਰਕੇ ਦੱਸਦਾ ਹੈ। ਇਹਨਾਂ ਨੇ ਹੁਣ ਕੀ ਗੱਲ ਕੀ ਕਹਿੰਦੇ, ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਸੀਂ ਨਾ ਸਬੂਤ ਇਕੱਠੇ ਕਰ ਰਹੇ ਹਾਂ ਜੀ ਤਾਂ ਕਿ ਪਰਚਾ ਕਰ ਸਕੀਏ। ਹੁਣ ਗੌਰਵ ਜੀ, ਪੂਰੇ ਦੇਸ਼ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆ ਨੇ ਉਹ ਵੀਡੀਓ ਦੇਖੀ, ਤੇ ਮੈਂ ਕਹਿੰਦਾ ਜੇ ਹਜੇ ਵੀ ਤੁਹਾਨੂੰ ਐਵੀਡੈਂਸ ਨਹੀਂ ਮਿਲਦਾ, ਸਭ ਕੁਝ ਔਨ ਰਿਕਾਰਡ ਹੈ, ਸਭ ਕੁਝ ਔਨ ਕੈਮਰਾ ਹੈ, ਫਿਰ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਇੰਟੈਂਟ ਵੀ, ਇਹਨਾਂ ਦੀ ਮਨਸ਼ਾ ਵੀ ਹੈ। ਇਹ ਤਾਂ ਗੱਲ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੇ ਕਹਿੰਦੇ ਵੀ ਸਬੂਤ ਨਹੀਂ ਜੀ ਸਾਡੇ ਕੋਲ ਹੈਗਾ, ਤੁਹਾਨੂੰ ਨਹੀਂ ਅਸੀਂ ਕਹਿੰਦੇ ਕਨਵਿਕਸ਼ਨ ਹੁਣੀ ਕਰਾਓ, ਅਸੀਂ ਕਹਿੰਦੇ ਪਰਚਾ ਤਾਂ ਇਨੀਸ਼ੀਅਲੀ ਦੇ ਸਕਦੇ ਹੋ,
ਉਹ ਤੋਂ ਬਾਅਦ ਚਲਾਨ ਜਦੋਂ ਪੇਸ਼ ਕਰਨਾ ਹੋਇਆ ਸਫੀਸ਼ੀਐਂਟ ਟਾਈਮ ਹੋਊਗਾ, ਬਥੇਰੇ ਦਿਨ ਹੋਣਗੇ, ਉਦੋਂ ਕਰੀ ਚਲੋ ਇਨਵੈਸਟੀਗੇਸ਼ਨ ਫਰਦਰ। ਲੇਕਿਨ ਪਰਚੇ ਲਈ ਤਾਂ ਤੁਹਾਡੇ ਕੋਲੇ ਕੋਜੈਂਟ ਐਵੀਡੈਂਸ ਸਬਸਟੈਂਟਿਵ ਹੈਗਾ, ਸਾਹਮਣੇ ਪਿਆ। ਠੀਕ ਹੈ ਕੰਕਲੂਡ ਕਰੋ ਸਰ, ਮੈਂ ਕੰਕਲੂਡ ਕਰਦਾ। ਲਾਸਟ ਚੀਜ਼ ਇਹਨਾਂ ਨੇ ਗੱਲ ਕਹੀ ਵੀ ਜੀ ਰਾਹੁਲ ਜੀ ਦੀ ਸਿਕਿਉਰਿਟੀ ਜੀ ਸੋਨੀਆ ਜੀ ਦੀ ਗਲਤ ਕਹਿ ਰਹੇ ਆ, ਝੂਠ ਕਹਿ ਰਹੇ, ਮੈਨੂੰ ਇੱਥੇ ਦਿਖਾ ਦੇਣ ਸੈਂਟਰ ਦੇ ਕਿਸੇ ਮਿਨਿਸਟਰ ਨੇ ਜਾਂ ਸੈਂਟਰ ਨੇ ਕਿਹਾ ਹੋਵੇ ਵੀ ਆ ਸਿਕਿਉਰਿਟੀ ਵਿਡਰਾ ਕਰ ਲਈ, ਉਹਨਾਂ ਦੇ ਖਿਲਾਫ ਐਕਸ਼ਨ ਬਣਦਾ ਨਹੀਂ ਕਰ ਸਕਦੇ ਤੇ ਨਾ ਹੀ ਕੀਤਾ ਗਿਆ। ਇਹ ਤੀਜੀ ਗੱਲ ਮੈਂ ਸਿਰਫ ਇਹ ਕਹੂੰਗਾ ਕਿ ਜਦੋਂ ਇਹ ਐਕਸ਼ਨ ਨਹੀਂ ਨਾ ਲੈਂਦੇ, ਫੀਅਰ ਆਫ ਲਾਅ, ਕਾਨੂੰਨ ਦਾ ਡਰ ਖਤਮ ਹੋ ਰਿਹਾ ਹੈ, ਤਾਂ ਕਰਕੇ ਪੰਜਾਬ ਦੇ ਵਿੱਚ ਇਨਸੀਡੈਂਟ ਠੀਕ ਹੈ। ਮੈਂ ਵਾਈਂਡ ਅਪ ਕਰਨਾ ਸਰ, ਮੈਂ ਵਾਈਂਡ ਅਪ ਕਰਨਾ। ਕਲੇਰ ਸਾਹਿਬ ਬਹੁਤ ਘੱਟ ਸਮਾਂ ਦੇ ਪਾਉਂਗਾ, 10 ਸੈਕਿੰਡਸ ਓਨਲੀ। ਦੇਖੋ ਗੌਰਵ ਜੀ, ਮੇਰੀ ਅੱਜ ਬੇਨਤੀ ਆ ਕਿ ਪੰਜਾਬ ਨੂੰ ਇਹ ਲੋਕ ਅੱਗ ਲਾ ਚੁੱਕੇ ਨੇ। ਅਸੀਂ ਪੰਜਾਬ ਦੇ ਵਿੱਚ ਜਿੰਨੀਆਂ ਕਮਿਊਨਿਟੀਜ਼ ਰਹਿ ਰਹੇ ਹਾਂ, ਸਾਡੀ ਅਮਨ ਤੇ ਭਾਈਚਾਰਕ ਸਾਂਝ ਦੀ ਜਿਹੜੀ ਤਰਜੀਹ ਸੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਨੂੰ ਦਿੱਤੀ, ਇਹਨਾਂ ਨੇ ਉਹਨੂੰ ਲਾਂਬੂ ਲਾਇਆ ਔਰ ਪੰਜਾਬ ਨੂੰ ਅਜੇ ਐਸੇ ਦੌਰ ਵੱਲ ਧੱਕ ਰਹੇ ਨੇ ਜਿੱਥੇ ਕੋਈ ਵੀ ਬਸ਼ਿੰਦਾ ਪੰਜਾਬ ਦਾ ਅੱਜ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਜੋ ਅਨੰਦਪੁਰ ਦੀ ਘਟਨਾ ਹੋਈ, ਉਸ ਤੋਂ ਬਾਅਦ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚਿਆਂ ਨੂੰ ਬਾਹਰ ਭੇਜੂਗੀ ਕਿ ਜਾਓ ਮੱਥਾ ਵੀ ਟੇਕ ਕੇ ਆਓ ਗੁਰਦੁਆਰਾ ਸਾਹਿਬ? ਸੋ ਐਸੇ ਹਾਲਾਤ ਨੇ ਲੋਕਾਂ ਨੇ ਬਣਾਤੇ ਪੰਜਾਬ ਦੇ। ਸੋ ਇਹਨਾਂ ਨੂੰ ਕਿਰਪਾ ਹੈ ਕਿ ਪੰਜਾਬ ਦੇ ਫਾਈਨਲ ਸਟੇਟਮੈਂਟ ਸਰ ਤੁਹਾਡੀ, ਤੁਸੀਂ ਕੰਕਲੂਡ ਕਰਨਾ ਇਸ ਪੂਰੇ ਮਾਮਲੇ ਨੂੰ। ਲੋਕਾਂ ਦੇ ਅੰਦਰ ਕੀ ਡਰ ਦਾ ਮਾਹੌਲ ਹੈ? ਇਹ ਤੁਹਾਡੇ ਵਿਰੋਧੀ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਐਕਸ਼ਨ ਕਰੋ ਅਜਨਾਲੇ ਦੇ ਵਿੱਚ ਜਾਂ ਅਨੰਦਪੁਰ ਸਾਹਿਬ 'ਚ ਜੋ ਘਟਨਾ ਹੋਈ ਹੈ ਉਸਨੇ ਚਿੰਤਾ ਵਧਾਈ ਹੈ ਪੰਜਾਬ ਦੇ ਲੋਕਾਂ ਦੀ। ਗੌਰਵ ਜੀ, ਸਭ ਤੋਂ ਵੱਡਾ ਝੂਠ ਮੈਨੂੰ ਇਹਨਾਂ ਦੀ ਆਖਰੀ ਸਟੇਟਮੈਂਟ ਸਭ ਤੋਂ ਵੱਡਾ ਝੂਠ ਸੀ ਅੱਜ ਦੀ ਪੂਰੀ ਡਿਬੇਟ ਦਾ, ਕਿ ਪੰਜਾਬ ਦੇ ਲੋਕ ਡਰੇ ਹੋਏ ਨੇ, ਇਹਨਾਂ ਨੂੰ ਆંકੜਿਆਂ 'ਚ ਵਿਸ਼ਵਾਸ ਨਹੀਂ। ਆંકੜੇ ਕਹਿ ਰਹੇ ਨੇ ਸਿਚੁਏਸ਼ਨ ਬੈਟਰ ਹੋ ਰਹੀ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਇੰਪਰੂਵ ਹੋ ਰਹੀ ਹੈ। ਬਾਕੀ ਤੁਸੀਂ ਆਹ ਦੇਖੋ, ਇਹ ਕਹਿੰਦੇ ਪਬਲਿਕ ਨਹੀਂ ਹੁੰਦੀਆਂ ਗੱਲਾਂ, ਸਿਕਿਉਰਿਟੀ ਸਡਨਲੀ ਵਿਡਰਾਅਲ। ਇਹਨਾਂ ਨੂੰ ਇੰਨਾ ਪੁੱਛ ਲਓ ਜਿਹੜਾ ਪੋਸਟ ਮੈਨੇਜਮੈਂਟ ਜਨਤਕ ਕੀਤੀ ਉਹ ਠੀਕ ਹੈ ਕਿ ਗਲਤ ਹੈ? ਜਦ ਪਬਲਿਕ ਹੋ ਰਹੀਆਂ, ਕਾਂਗਰਸ ਤਾਂ ਆਪ ਦੱਸੀ ਜਾਂਦੀ ਹੈ, ਰਾਹੁਲ ਗਾਂਧੀ ਦੀ ਸਿਕਿਉਰਿਟੀ ਵਿਡਰਾ ਹੋ ਗਈ, ਤੇ ਉਹ ਤਾਂ ਪਬਲਿਕ ਤੁਸੀਂ ਆਪ ਮੈਂ ਕਹਿੰਦਾ ਗਲਤ ਕਹਿ ਰਹੇ ਹੈ, ਗਲਤ ਬਿਆਨ ਹੈ, ਕਿਤੇ ਵੀ ਕਿਹਾ ਗਿਆ। ਅਸੀਂ ਤਾਂ ਇਹ ਪੁੱਛਦੇ ਹਾਂ ਕਿ ਆਮ ਆਦਮੀ ਪਾਰਟੀ ਦੱਸੇ ਵੀ ਪੋਸਟ ਕਰਨਾ ਠੀਕ ਹੈ ਕਿ ਗਲਤ ਹੈ? ਪਬਲਿਕਲੀ ਐਡ ਨਹੀਂ ਕਰੀਦਾ ਹੁੰਦਾ ਅਰਸ਼ਦੀਪ ਜੀ, ਤੁਸੀਂ ਆਪ ਦੱਸੀ ਜਾਂਦੇ ਗਗਨ ਜੀ ਨੂੰ ਕੋਈ ਚਲਾ ਇਹਨਾਂ ਦਾ ਤਾਂ ਆਪਣਾ ਗਗਨ ਜੀ ਦੀ ਸਰਕਾਰ ਦਾ ਆਪਣਾ ਚਲਾਣੇ ਗੱਲ ਕਹਿੰਦਾ ਜਦੋਂ ਦੀ ਸਿਕਿਉਰਿਟੀ ਡਿਟੇਲਸ ਲੀਕ ਹੋਈਆਂ ਵੀ ਸਿਕਿਉਰਿਟੀ ਵਿਡਰਾ ਹੋ ਗਈ, ਫਿਰ ਉਹਦਾ ਮਨੀ ਪਲਾਨ ਹੋਇਆ। ਹੁਣ ਗਗਨ ਜੀ ਆਪਣੀ ਸਰਕਾਰ ਦਾ ਚਲਾਣਾ ਨਹੀਂ ਮੰਨਦੇ ਤਾਂ ਕੀ ਕਰੀਏ? ਤੁਸੀਂ ਸਾਰੇ ਦੇਸ਼ ਨੂੰ ਕਿਉਂ ਦੱਸ ਰਹੇ ਹੋ? ਠੀਕ ਹੈ, ਤੁਸੀਂ ਕੰਕਲੂਡ ਕਰਨਾ ਪਏਗਾ। ਕਾਨੂੰਨੀ ਵਿਵਸਥਾ ਤੇ ਚਰਚਾ ਜਿਹੜੀ ਹੈ, ਗੱਲ ਪੁੱਛ ਲਓ ਵੀ ਪੋਸਟ ਪਾਉਣੀ ਵੀ ਸਿਕਿਉਰਿਟੀ ਘਟਾ ਦਿੱਤੀ ਗਈ, ਇਹਨਾਂ ਦੀ ਨਜ਼ਰ ਠੀਕ ਹੈ? ਗਗਨ ਜੀ ਛੋਟਾ ਜਿਹਾ ਕਮੈਂਟ ਲਾਸਟ। ਮੈਨੂੰ ਸਰ ਮੈਂ ਦੱਸਣਾ ਚਾਹੁੰਦਾ ਹੈ, ਇਹ ਰਾਹੁਲ ਗਾਂਧੀ ਦਾ ਜੋ ਇਹਨਾਂ ਨੇ ਪਬਲਿਕ ਕੀਤਾ ਕਿ ਉਹਦੀ ਸਿਕਿਉਰਿਟੀ ਵਿਡਰਾ ਕਰ ਲਈ, ਸਰ ਮੈਨੂੰ ਵਿਚਾਲੇ ਰੋਕਣਾ ਹੋਏਗਾ, ਮੈਂ ਕੰਕਲੂਡ ਕਰ ਰਿਹਾ। ਮੈਨੂੰ ਠੀਕ ਹੈ ਭਾਈ, ਸਮਾਂ ਹੋ ਚੱਲਿਆ ਆਪਣੇ ਕੋਲ ਬਹੁਤ, ਇਨਫੈਕਟ ਆਪਾਂ ਥੋੜਾ ਸਮਾਂ ਜ਼ਿਆਦਾ ਵੀ ਲੈ ਲਿਆ। ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਕਾਨੂੰਨ ਵਿਵਸਥਾ ਦਾ ਮੁੱਦਾ ਹੈ ਲਾਜ਼ਮੀ ਤੌਰ ਤੇ ਗੰਭੀਰ, ਔਰ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਚਰਚਾ ਬਹੁਤ ਵਾਰ ਹੋਈ ਹੈ ਤੇ ਸ਼ਾਇਦ ਅੱਗੇ ਵੀ ਹੋਵੇ। ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ, ਪਰ ਇਸ ਵਿਚਾਲੇ ਕਿ ਵਾਕਈ ਹੀ ਇਸ ਸਮੇਂ ਪੰਜਾਬ ਦੇ ਵਿੱਚ ਲੋਕ ਡਰ ਮਹਿਸੂਸ ਕਰ ਰਹੇ ਨੇ, ਤੇ ਜੇ ਅਜਨਾਲਾ ਵਾਲੇ ਘਟਨਾਕ੍ਰਮ ਦੇ ਵਿੱਚ ਐਕਸ਼ਨ ਹੋ ਜਾਂਦਾ ਤਾਂ ਕੀ ਉਹ ਡਰ ਨਾ ਹੁੰਦਾ? ਪਰ ਇਹ ਵੀ ਸਮਝਣ ਦੀ ਜ਼ਰੂਰਤ ਜ਼ਰੂਰ ਹੈ ਕਿ ਐਕਸ਼ਨ ਦੇ ਲਈ ਸਰਕਾਰ ਇੰਤਜ਼ਾਰ ਤਾਂ ਨਹੀਂ ਕਰ ਰਹੀ, ਕਿ G20 ਸੰਮੇਲਨ ਦਾ ਇੰਤਜ਼ਾਰ ਤਾਂ ਨਹੀਂ ਕਰ ਰਹੇ ਕਿ ਉਹ ਇੱਕ ਵਾਰੀ ਨਿਬੜ ਜੇ, ਉਸ ਤੋਂ ਬਾਅਦ ਦੇਖਦੇ ਹਾਂ। ਤੇ ਅਨੰਦਪੁਰ ਸਾਹਿਬ ਵਾਲੀ ਘਟਨਾ ਕਿ ਵਾਕਈ ਹੀ ਦੋ ਧਿਰਾਂ ਦੇ ਵਿਚਾਲੇ ਜਾਂ ਮੁੰਡਿਆਂ ਦੇ ਵਿਚਾਲੇ ਕੋਈ ਝਗੜੇ ਦੇ ਨਾਲ ਜੋੜ ਕੇ ਦੇਖਿਆ ਜਾਵੇ, ਜੋ ਸਰਕਾਰ ਤਰਕ ਦੇ ਰਹੀ ਹੈ। ਖੈਰ ਤਰਕਾਂ ਦੇ ਵਿਚਾਲੇ ਉਮੀਦ ਇਹੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਰਹੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ